ਸਤਿ ਸ੍ਰੀ ਅਕਾਲ। ਤੁਸੀਂ ਲੋਕਰਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ। ਗੱਲਬਾਤ ਕਿਸਾਨ ਅੰਦੋਲਨ ਦੇ ਵਿਚਾਲੇ ਹੁਣ ਜੋ ਤਾਜ਼ਾ ਖਬਰਾਂ ਸਾਹਮਣੇ ਆ ਰਹੀਆਂ ਨੇ, ਨਵੀਆਂ ਸੰਭਾਵਨਾਵਾਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ। ਨਿਸ਼ਾਨਾ ਇਹੀ ਕਿ ਕੀ ਕਿਸਾਨ ਅੰਦੋਲਨ ਨੂੰ ਵੇਚ ਦਿੱਤਾ ਗਿਆ। ਸਵਾਲ ਇਹ ਵੀ ਹੈ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਿਸਾਨ ਅੰਦੋਲਨ ਦੇ ਵਿੱਚ ਇਹ ਸਵਾਲ ਪੁੱਛੇ ਜਾ ਰਹੇ ਨੇ ਕਿ ਕੀ ਹੁਣ ਖੇਤੀ ਕਾਨੂੰਨਾਂ ਨੂੰ ਤੁਸੀਂ ਰੱਦ ਕਰਵਾ ਲਓਗੇ। ਸਰਕਾਰ ਨੂੰ ਵਾਰ-ਵਾਰ ਇਹੀ ਗੱਲ ਕਹੀ ਗਈ ਕਿ ਦੀਪ ਸਿੱਧੂ ਨੂੰ ਗ੍ਰਿਫਤਾਰ ਕਰੋ। ਕਿਸਾਨ ਜਥੇਬੰਦੀਆਂ ਕਹਿੰਦੀਆਂ ਰਹੀਆਂ ਤੇ ਹੁਣ ਦੀਪ ਸਿੱਧੂ ਗ੍ਰਿਫਤਾਰ ਹੋ ਚੁੱਕਿਆ, ਪਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰ ਰਹੀ। ਇਸ ਨੂੰ ਧਿਆਨ ਵਿੱਚ ਰੱਖਣਾ ਪਏਗਾ। ਦੂਜੀ ਗੱਲ ਇਹ ਵੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਉੱਤੇ ਵੀ ਸਵਾਲ ਇਹ ਉੱਠ ਰਹੇ ਨੇ ਕਿ ਜਥੇਬੰਦੀਆਂ ਕਦੋਂ ਤੱਕ ਖੈਰ ਮਨਾਉਣਗੀਆਂ। ਕਿਸਾਨ ਆਗੂਆਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ। ਇਸ ਗੱਲ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਜਵਾਬ ਬਹੁਤ ਨੇ, ਸਭ ਦੇ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਜੀ, ਤੁਹਾਡਾ ਸਵਾਗਤ ਹੈ ਲੋਕਰਣ ਚੈਨਲ ਪੰਜਾਬੀ ਤੇ। ਸਤਿ ਸ੍ਰੀ ਅਕਾਲ ਸੁਖਵਿੰਦਰ ਜੀ। ਮਾਲੀ ਸਾਹਿਬ, ਥੋੜਾ ਜਵਾਬ ਦੇਣ ਦੀ ਕੋਸ਼ਿਸ਼ ਕਰਿਓ ਕਿ ਜਿਵੇਂ ਮੈਂ ਕਿਹਾ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਇਲਜ਼ਾਮ ਲੱਗ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਨੂੰ ਵੇਚ ਦਿੱਤਾ। ਇਸੇ ਕਰਕੇ ਉਹ ਕਦੇ ਮਹਾਪੰਚਾਇਤਾਂ ਵੱਲ ਜਾਂਦੇ ਨੇ, ਕਦੇ ਹੁਣ ਕਹਿੰਦੇ ਜਗਰਾਉਂ ਦੇ ਵਿੱਚ ਮਹਾਪੰਚਾਇਤ ਹੋਣੀ ਹੈ, ਦਿੱਲੀੋਂ ਪੰਜਾਬ ਵੱਲ ਨੂੰ ਆਉਂਦੇ ਨੇ, ਫਿਰ ਹਰਿਆਣੇ ਵੱਲ ਨੂੰ ਜਾਂਦੇ ਨੇ। ਕੀ ਲੱਗਦਾ ਹੈ ਕਿ ਅੰਦੋਲਨ ਨੂੰ ਸੱਚਮੁੱਚ ਵੇਚ ਦਿੱਤਾ ਗਿਆ, ਜਾਂ ਫਿਰ ਦੂਜੀ ਗੱਲ ਇਹ ਵੀ ਨਾਲ ਹੈ, ਇਹਦਾ ਵੀ ਜਵਾਬ ਦਿਓ ਕਿ ਕਿਹੜੀਆਂ ਇਹੋ ਜਿਹੀਆਂ ਤਾਕਤਾਂ ਨੇ ਜਿਹੜੀਆਂ ਅੰਦੋਲਨ ਨੂੰ ਵੇਚਣ ਵਿੱਚ ਲੱਗੀਆਂ ਨੇ, ਕਮਜ਼ੋਰ ਕਰਨ ਵਿੱਚ ਲੱਗੀਆਂ ਨੇ। ਦੇਖੋ ਜੀ, ਗੱਲ ਅਸਲ 'ਚ ਇਹ ਆ, ਜਿਹੜੇ ਲੋਕ ਇਹੋ ਜਿਹੇ ਵਰਤਾਂਤ ਸਿਰਜ ਰਹੇ ਨੇ ਜਾਂ ਗੱਲਾਂ ਕਰ ਰਹੇ ਨੇ, ਪਹਿਲੀ ਗੱਲ ਉਹਨਾਂ ਦਾ ਇਹੋ ਜਿਹੇ ਅੰਦੋਲਨਾਂ ਬਾਰੇ ਆਪਦਾ ਕੋਈ ਤਜਰਬਾ ਹੈ ਨਹੀਂ ਜੀ। ਦੂਜੀ ਗੱਲ, ਇਸ ਅੰਦੋਲਨ ਬਾਰੇ ਜੋ ਅੰਦੋਲਨ ਦੀ ਸਮਝ ਆ ਉਹ ਉਹਨਾਂ ਦੀ ਸਮਝ ਹੈ ਨਹੀਂ। ਉਹ ਇਸ ਅੰਦੋਲਨ ਨੂੰ ਆਪਣੀ ਸਮਝ ਦੇ ਨਾਲ ਸੋਚਦੇ ਨੇ, ਉਸ ਤਰ੍ਹਾਂ ਦੇਖਦੇ ਨੇ। ਇਸ ਕਰਕੇ ਬਹੁਤ ਵੱਡਾ ਗੈਪ ਆ ਰਿਹਾ ਇਸ ਗੱਲ ਦੇ ਵਿੱਚ। ਹਾਂ, ਇਸ ਤਰ੍ਹਾਂ ਹੈ ਵੀ ਇਸ ਅੰਦੋਲਨ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਕਈ ਵਾਰ ਚਰਚਾ ਕੀਤੀ ਆ, ਵੀ ਦੋ ਧਾਰਾਵਾਂ ਸੀ। ਇੱਕ ਤਾਂ ਧਾਰਾ ਇਹ ਸੀ ਜਿਹੜੀ ਕਿਸਾਨ ਅੰਦੋਲਨ ਦੀ ਸੀ, ਜਿਹੜੀ ਕਹਿ ਰਹੀ ਸੀ ਪੁਰਅਮਨ ਤੇ ਸ਼ਾਂਤੀਪੂਰਵਕ ਸੰਘਰਸ਼ ਹੈ, ਇਹ ਦੇਸ਼ ਦੇ ਲੋਕਾਂ ਦਾ ਸੰਘਰਸ਼ ਆ, ਸਾਰਿਆਂ ਦਾ ਸਾਂਝਾ ਸੰਘਰਸ਼ ਆ। ਬਿਲਕੁਲ। ਇੱਕ ਧਾਰਾ ਉਹ ਸੀ ਜਿਹੜੀ ਕਹਿੰਦੀ ਸੀ ਇਹ ਪੰਜਾਬ ਦਾ ਵੀ ਨਹੀਂ, ਇਹ ਸਿੱਖਾਂ ਦਾ ਸੰਘਰਸ਼ ਆ। ਉਹ ਇਹਦਾ ਪ੍ਰਵਚਨ ਸਿਰਜ ਰਹੀ ਸੀ ਧਰਮ ਯੁੱਧ ਮੋਰਚੇ ਵਾਲਾ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਾ। ਸਮੱਸਿਆ ਅਸਲ 'ਚ ਉਦੋਂ ਵੀ ਬਹੁਤੇ ਲੋਕ ਨਹੀਂ ਸਮਝ ਸਕੇ ਸੀ, ਹੁਣ ਵੀ ਨਹੀਂ ਇਹ ਸਮਝ ਰਹੇ। ਉਦੋਂ ਵੀ ਜਿਹੜਾ ਪ੍ਰਵਚਨ ਜਾਂ ਵਰਤਾਂਤ ਧਰਮ ਯੁੱਧ ਮੋਰਚੇ ਨੇ ਜਾਂ ਸੰਤ ਭਿੰਡਰਾਂ ਵਾਲਿਆਂ ਦੇ ਉਸ ਸੰਘਰਸ਼ ਨੇ ਸਿਰਜਿਆ, ਉਹਨੇ ਜਿਹੜੇ ਪਹਿਲੇ ਪ੍ਰਚਲਿਤ ਵਰਤਾਂਤ ਸੀ ਉਹਨਾਂ ਦੇ ਪੈਰ ਉਖੇੜਤੇ ਸੀ, ਖਾਸ ਕਰਕੇ ਪੰਜਾਬ 'ਚ। ਜਮਾਤੀ ਘੋਲ ਦੀ ਗੱਲ ਸੀ, ਜਿਹੜਾ ਕਮਿਊਨਿਸਟਾਂ ਦਾ ਪ੍ਰਵਚਨ ਸੀ, ਜਿਹਦੇ ਕਰਕੇ ਜਿਹੜੇ ਕਮਿਊਨਿਸਟ ਸੀ ਉਹਦਾ ਬੜਾ ਰਿਐਕਸ਼ਨ ਕੀਤਾ ਉਹਨਾਂ ਨੇ ਗਲਤ ਤਰੀਕੇ ਦੇ ਨਾਲ, ਤੇ ਮੁੜ ਕੇ ਉਸ ਅੰਦੋਲਨ ਦੇ ਖਿਲਾਫ ਉਹੀ ਬੋਲੀ ਬੋਲਣ ਲੱਗ ਗਏ ਜਿਹੜੀ ਕੇਂਦਰ ਸਰਕਾਰ ਬੋਲਦੀ ਸੀ। ਹੁਣ ਇਹ ਜਿਹੜਾ ਅੰਦੋਲਨ ਆ, ਇਹਨੇ ਦੋ ਥਾਂ ਤੇ ਹਮਲਾ ਕੀਤਾ। ਇੱਕ ਤਾਂ ਇਹਨੇ ਜਿਹੜਾ ਪ੍ਰਚਲਿਤ ਚੱਲ ਰਿਹਾ ਸੀ ਖਾਲਿਸਤਾਨ ਦਾ ਪ੍ਰਵਚਨ, ਉਹਨੂੰ ਇਹਨੇ ਚੈਲੰਜ ਕੀਤਾ। ਇਹਨੂੰ ਮੁਲਕ ਪੱਧਰਾ ਘੋਲ ਬਣਾਇਆ। ਇਸ ਘੋਲ ਦੇ ਨਾਲ ਹਰਿਆਣੇ ਦੀ ਸਾਂਝ ਪਈ, ਯੂਪੀ ਦੀ ਸਾਂਝ ਪਈ। ਉਸ ਪ੍ਰਵਚਨ ਵਾਲੇ ਜਿਹੜੇ ਲੋਕ ਨੇ ਉਹ ਸਮਝ ਨਹੀਂ ਰਹੇ ਕਿ ਇਹ ਨਵਾਂ ਵਰਤਾਂਤ ਸਿਰਜਿਆ ਜਾ ਰਿਹਾ, ਇਹਦੇ ਨਾਲ ਆਪਣੇ ਆਪ ਨੂੰ ਕੋਪ ਕਿਵੇਂ ਕਰਨਾ, ਮਿਲਾਉਣਾ ਕਿਵੇਂ ਆ ਜੀ। ਦੂਜਾ ਇਹਨੇ ਸਵਾਲ ਉਠਾਏ ਜਿਹੜਾ ਪ੍ਰਚਲਿਤ ਇਨਕਲਾਬ ਦਾ ਰਾਹ, ਰਾਜਸੀ ਤਾਕਤ ਬੰਦੂਕ ਦੀ ਨਾਲੀ ਤੋਂ ਨਿਕਲਦੀ ਆ, ਜਾਂ ਜਮਾਤੀ ਘੋਲ ਦਾ ਰਾਹ, ਜਾਂ ਕਿਸਾਨ ਮਜ਼ਦੂਰ ਏਕਤਾ ਵਾਲੀ ਗੱਲ ਆ ਜਿਹੜੀ, ਇਹਨੇ ਮੁੜ ਕੇ ਲੋਕ ਏਕਤਾ ਦੀ ਗੱਲ ਉਭਾਰੀ ਆ, ਪੰਜਾਬ ਤੇ ਹਰਿਆਣਾ ਦੀ ਏਕਤਾ ਦੀ ਗੱਲ ਉਭਾਰੀ ਆ, ਯੂਪੀ ਦੇ ਨਾਲ ਉਹਦੀ ਗੱਲ ਉਭਾਰੀ ਆ। ਪਰ ਜਿਹੜੇ ਉਹ ਲੋਕ ਨੇ ਅੰਦੋਲਨ 'ਚ ਸ਼ਾਮਲ ਨੇ, ਉਹ ਆਪਣੇ ਆਪ ਨੂੰ ਇਹਦੇ ਨਾਲ ਐਡਜਸਟ ਕਰ ਰਹੇ ਨੇ ਜੀ। ਬਿਲਕੁਲ। ਇਹਦੇ ਵਿੱਚੋਂ ਜਿਹੜੀ ਦੂਜੀ ਧਾਰਾ ਸੀ, ਉਹਨੇ ਕੋਸ਼ਿਸ਼ ਕੀਤੀ ਇਸ ਜਿਹੜਾ ਪ੍ਰਵਚਨ ਆ ਕਿਸਾਨ ਅੰਦੋਲਨ ਦਾ, ਇਹਨੂੰ ਬਦਲ ਦੀ। ਬਿਲਕੁਲ। ਕਦੇ ਉਹਨਾਂ ਨੇ ਝੰਡਿਆਂ ਦਾ ਨਾਂ ਲਿਆ, ਕਦੇ ਨਿਸ਼ਾਨਾਂ ਦਾ ਨਾਂ ਲਿਆ, ਕਦੇ ਨਿਹੰਗਾਂ ਦਾ ਨਾਂ ਲਿਆ, ਕਿਤੇ ਇਹ ਕਿਹਾ ਸਾਡੀ ਹੋਂਦ ਦਾ ਸਵਾਲ ਆ, ਹੋਣੀ ਦਾ ਸਵਾਲ ਆ। ਲਗਾਤਾਰ ਸ਼ੰਭੂ ਮੋਰਚੇ ਤੋਂ ਲੈ ਕੇ ਲਾਲ ਕਿਲੇ ਦਾ ਜਿਹੜਾ ਸਫ਼ਰ ਆ, ਉਹਦੇ ਬਾਰੇ ਆਪਾਂ ਡਿਟੇਲ 'ਚ ਗੱਲਾਂ ਕੀਤੀਆਂ ਹੋਈਆਂ ਨੇ। ਉੱਥੇ ਤੱਕ ਉਹਨਾਂ ਨੇ ਇੱਕ ਯਤਨ ਕੀਤਾ ਕਿ ਇਸ ਅੰਦੋਲਨ ਦੇ ਪ੍ਰਵਚਨ ਨੂੰ ਚੇਂਜ ਕੀਤਾ ਜਾਵੇ। ਇਹਨੂੰ ਜਿਹੜਾ ਪੁਰਾਣਾ ਪ੍ਰਵਚਨ ਆ, ਜਿਹੜਾ ਪੰਜਾਬ 'ਚ ਚੱਲਿਆ ਸੰਘਰਸ਼ ਦਾ ਪ੍ਰਵਚਨ ਆ, ਉਹਦੇ ਅਨੁਸਾਰ ਇਹਨੂੰ ਢਾਲਿਆ ਜਾਵੇ। ਉਹਦਾ ਨਤੀਜਾ ਦਿੱਲੀ ਦੀਆਂ 26 ਜਨਵਰੀ ਦੀਆਂ ਘਟਨਾਵਾਂ ਨੇ ਜਿਹੜੀਆਂ ਨਿਕਲੀਆਂ ਨੇ।
ਹੁਣ ਜਦੋਂ ਘਟਨਾਵਾਂ ਹੋਈਆਂ, ਸਟੇਟ ਉਹਦੀ ਹਮਲਾਵਰ ਹੋ ਗਈ, ਤੇ ਦੂਜੇ ਪਾਸੇ ਇਹ ਲੋਕ ਸੀ ਜਿਹੜੇ ਪੁਰਾਣੇ ਪ੍ਰਵਚਨ ਵਾਲੇ ਸੀ, ਇਹ ਜਿੱਤ ਦੇ ਡੰਕੇ ਵਜਾਉਣ ਲੱਗ ਗਏ ਵੀ ਦੇਖੋ ਜੀ ਉਹ ਬਾਬਾ ਬਘੇਲ ਸਿੰਘ ਦਾ ਇਤਿਹਾਸ ਦੁਹਰਾਤਾ ਜੋ ਦੀਪ ਸਿੱਧੂ ਉੱਥੇ ਬੋਲਿਆ ਵੀ ਆ, ਕਿਉਂਕਿ ਇਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਵੇਗ ਕਿੱਧਰੋਂ ਚੱਲ ਰਿਹਾ। ਇਸੇ ਕਰਕੇ ਅੰਦੋਲਨ ਚੋਂ ਨਿਕਲ ਗਏ ਇਹ ਬੁਰੀ ਤਰ੍ਹਾਂ। ਜਿਹੜੇ ਬਾਲੇ ਸਿੱਧੇ ਸ਼ਾਮਲ ਸੀ ਉਹਨਾਂ ਨੂੰ ਤਾਂ ਅੰਦੋਲਨ ਚੋਂ ਬਾਹਰ ਆਉਣਾ ਪਿਆ, ਜਿਹੜੇ ਟੇਢੇ ਢੰਗ ਨਾਲ ਇਹਨਾਂ ਦੀ ਹਮਾਇਤ ਕਰਦੇ ਸੀ ਚਲੋ ਅੰਦੋਲਨ ਦੇ ਵਿੱਚ ਨੇ ਜਾ ਚੁੱਪ ਕਰ ਗਏ। ਹੁਣ ਇਹ ਚਾਹੁੰਦੇ ਇਹ ਸੀ, ਜਿਵੇਂ ਪਹਿਲਾਂ ਖਾੜਕੂ ਐਕਸ਼ਨ ਕਰਦੇ ਸੀ ਪਿੰਡਰਾਲੇ, ਉਸ ਮੌਕੇ ਗੱਲਾਂ ਹੁੰਦੀਆਂ ਸੀ, ਜਿਹੜੇ ਮੋਰਚੇ ਦੀ ਸੇਧ ਸੀ ਉਦੋਂ ਵੀ ਪੁਰਅਮਨ ਤੇ ਸ਼ਾਂਤੀਪੂਰਵਕ, ਜਦੋਂ ਉਹਨੂੰ ਹਿੰਸਕ ਰੂਪ ਦਿੱਤਾ ਜਾਂਦਾ ਸੀ ਉਹ ਧਰਮ ਯੁੱਧ ਮੋਰਚਾ ਉਹਨਾਂ ਨੂੰ ਬੁੱਕਲ ਚਲਾ ਲੈਂਦਾ ਸੀ ਵੀ ਕੋਈ ਗੱਲ ਨਹੀਂ ਜੀ, ਆਪਣੀ ਬੱਚੇ ਨੇ ਕੀ ਹੋ ਗਿਆ ਜੀ, ਗਲਤੀ ਹੋ ਗਈ, ਅਸੀਂ ਸਾਂਭਦੇ ਆ, ਸਾਡੀ ਨੇ। ਸੰਤ ਵੀ ਕਹਿੰਦੇ ਸੀ ਵੀ ਮੈਂ ਸਾਂਭੂ ਜੇ ਕੋਈ ਇਹੋ ਜਿਹਾ ਕੁਛ ਕਰਕੇ ਆਊ। ਇਹ ਚਾਹੁੰਦੇ ਸੀ ਇਹ ਅੰਦੋਲਨ ਵੀ ਉਹੀ ਜਿਹਾ ਵਿਚਾਰ ਪ੍ਰਗਟ ਕਰੇ, ਪਰ ਇਹ ਕਰ ਨਹੀਂ ਸਕਦਾ ਸੀ ਕਿਉਂਕਿ ਇਹਦੇ ਵਿੱਚ ਹਰਿਆਣਾ ਵੀ ਹੈ ਤੇ ਯੂਪੀ ਵੀ ਆ, ਬਾਕੀ ਲੋਕ ਵੀ ਨੇ। ਇਹਨਾਂ ਨੇ ਆਪਣੇ ਆਪ ਨੂੰ ਐਕਸ਼ਨ ਨਾਲ ਤੋੜ ਲਿਆ ਵੀ ਉਹ ਸਾਡਾ ਨਹੀਂ। ਉਹ ਤੇ ਗੱਲ ਵੀ ਸਿੱਧੀ ਆ, ਉਹ ਰੱਦ ਕਰਕੇ ਗਏ ਸੀ, ਉਹਨਾਂ ਨੂੰ ਲੀਡਰਸ਼ਿਪ ਨੂੰ ਲਗਾਤਾਰ ਇਨਕਾਰਦੇ ਆ ਰਹੇ ਸੀ। ਉਹ ਅੰਦੋਲਨ ਦੇ ਫੈਸਲੇ ਨੂੰ ਰੱਦ ਕਰਕੇ ਜਿਹੜੀ ਪੰਨੂ ਪੰਧੇਰ ਦੀ ਕਮੇਟੀ ਆ ਉਹਦੀ ਆੜ ਲੈ ਕੇ ਵੀ ਅਸੀਂ ਤਾਂ ਉਹਦੇ ਨਾਲ ਜਾਵਾਂਗੇ, ਇਹਨਾਂ ਨੇ ਐਕਸ਼ਨ ਕੀਤਾ। ਜਦੋਂ ਉਹਦੇ ਅਸਰ ਸਾਹਮਣੇ ਆਉਣ ਲੱਗੇ, ਕਿਉਂਕਿ ਮੋਰਚੇ ਨੇ ਤਾਂ ਕਹਿਣਾ ਸੀ ਵੀ ਅਸੀਂ ਨਹੀਂ ਕੀਤਾ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ। ਲਾਲ ਕਿਲੇ ਤੇ ਜਾਣ ਦਾ, ਤਿਰੰਗੇ ਦੇ ਬਰਾਬਰ ਝੰਡਾ ਚਲਾਉਣ ਦਾ, ਕੇਸਰੀ ਨਿਸ਼ਾਨ ਲਹਿਰਾਉਣ ਦਾ, ਚਲੋ ਜਿੰਨਾ ਪੰਬਲ ਭੁੱਸਾ ਸੀ, ਕੋਈ ਉਹਨੂੰ ਖਾਲਿਸਤਾਨ ਦਾ ਝੰਡਾ ਕਹੀ ਗਿਆ, ਕੋਈ ਨਿਸ਼ਾਨ ਸਾਹਿਬ ਕਹੀ ਗਿਆ, ਕੋਈ ਖਾਲਸਾ ਨਿਸ਼ਾਨ ਕਹੀ ਗਿਆ, ਕੋਈ ਕੇਸਰੀ ਨਿਸ਼ਾਨ ਕਹੀ ਗਿਆ। ਉਹ ਪੰਬਲ ਭੁੱਸੇ ਤੇ ਜਿਹੜਾ ਹਮਲਾ ਕੀਤਾ ਸੀ ਅੰਦੋਲਨ ਤੇ, ਉਹ ਛਾੜ ਦਿੱਤਾ ਗਿਆ ਤੇ ਉਹ ਐਕਸ਼ਨ ਕਰਨ ਵਾਲੀਆਂ ਜਿਹੜੀਆਂ ਧਿਰਾਂ ਸੀ ਉਹ ਨਿਕਲ ਗਈਆਂ ਮੋਰਚੇ ਦੇ ਵਿੱਚੋਂ। ਇਸ ਕਰਕੇ ਇਹ ਕਹਿਣਾ ਕਿ ਕਿਸਾਨ ਅੰਦੋਲਨ ਨੇ ਉਹਨੂੰ ਫੜਾਇਆ ਜਾਂ ਕਿਸਾਨ ਲੀਡਰਸ਼ਿਪ ਨੇ ਫੜਾਇਆ, ਇਹ ਕੋਰਾ ਝੂਠ ਆ, ਇਹ ਗੁਨਾਹ ਨੂੰ ਪ੍ਰਚਾਰ ਆ। ਹਾਂ, ਅੰਦੋਲਨ ਦੇ ਵਿੱਚ ਇਹ ਸਾਰਾ ਕੁਝ ਆਉਂਦਾ ਹੁੰਦਾ, ਪਰਚੇ ਵੀ ਪੈਂਦੇ ਨੇ, ਗ੍ਰਿਫਤਾਰੀਆਂ ਵੀ ਹੁੰਦੀਆਂ ਨੇ, ਤਸ਼ੱਦਦ ਵੀ ਹੁੰਦਾ, ਇਹਨਾਂ ਦੀਆਂ ਗੱਲਾਂ ਹੁੰਦੀਆਂ ਨੇ। ਤੇ ਉਹਨੂੰ ਫਿਰ ਜਿਹੜਾ ਕਰਦਾ ਉਹਨੂੰ ਝੱਲਣ ਲਈ ਵੀ ਮਾਨਸਿਕ ਤੌਰ ਤੇ ਤਿਆਰ ਹੋਣਾ ਚਾਹੀਦਾ। ਤੁਸੀਂ ਇਹ ਦੇਖੋ, ਉਹਨੂੰ ਤਾਂ ਜਿਹੜੀ ਪੰਨੂ ਪੰਧੇਰ ਧਿਰ ਸੀ ਉਹਨੇ ਵੀ ਡਿਸਓਨ ਕਰਤਾ, ਉਹਨੇ ਵੀ ਕਹਿਤਾ ਦੀਪ ਸਿੱਧੂ ਸਾਡੇ ਮੋਢੇ ਤੇ ਰੱਖ ਕੇ ਚਲਾ ਗਿਆ। ਤੇ ਜਿਹੜਾ ਕਿਸਾਨ ਅੰਦੋਲਨ ਉਹਦੇ ਨਾਲ ਨਹੀਂ, ਉਹਦਾ ਵਿਰੋਧ ਕਰ ਰਿਹਾ, ਲਗਾਤਾਰ ਸਟੇਜਾਂ ਤੇ ਨਹੀਂ ਬੋਲਣ ਦੇ ਰਿਹਾ। ਇਹ ਇੱਕ ਪੱਖ ਹੋਰ ਤੁਸੀਂ ਦੇਖੋ, ਜਿਹੜਾ ਗੋਦੀ ਮੀਡੀਆ ਸੀ ਉਹਨੇ ਦੀਪ ਸਿੱਧੂ ਤੇ ਜਾਂ ਪੰਨੂ ਪੰਧੇਰ ਤੇ ਨਹੀਂ ਅਟੈਕ ਕੀਤਾ, ਪਹਿਲਾਂ ਉਹਨਾਂ ਨੇ ਸਾਂਝੇ ਮੋਰਚੇ ਤੇ ਅਟੈਕ ਕੀਤਾ ਵੀ ਇਹ ਜ਼ਿੰਮੇਵਾਰ ਨੇ, ਇਹਨਾਂ ਨੇ ਕੀਤਾ। ਜਦੋਂ ਸਾਰਾ ਕੁਝ ਸਾਹਮਣੇ ਆਇਆ ਫਿਰ ਈਵਨ ਪਹਿਲਾ ਪਰਚਾ ਵੀ ਦੀਪ ਸਿੱਧੂ ਤੇ ਹੈ ਨਹੀਂ ਸੀ, ਉਸ ਤੋਂ ਬਾਅਦ ਪ੍ਰਵਚਨ ਪਲਟ ਗਿਆ, ਫਿਰ ਦੀਪ ਸਿੱਧੂ ਤੇ ਲੱਖੇ ਸਿਧਾਣੇ ਉਹਨਾਂ ਤੇ ਪਰਚੇ ਹੋਏ ਨੇ। ਪਹਿਲਾਂ ਤਾਂ 6 ਕਿਸਾਨ ਆਗੂਆਂ ਤੇ ਪਰਚੇ ਹੋਏ ਨੇ। ਹੁਣ ਇਹਨੂੰ ਇਹ ਕਹਿਣਾ ਜੀ ਕਿਸਾਨ ਆਗੂਆਂ ਨੇ ਫੜਾਇਆ ਜੀ, ਕਿਸਾਨ ਆਗੂ ਹੁਣ ਜਿੱਤ ਗਏ ਜੀ, ਇਹ ਉਹੀ ਜਿਵੇਂ ਕਾਮਰੇਡਾਂ ਦਾ ਪ੍ਰਵਚਨ ਸੀ ਨਾ, ਜਿਵੇਂ ਕਾਮਰੇਡਾਂ ਚੋਂ ਇੱਕ ਸੁਰਖ ਰੇਖਾ ਵਾਲੇ ਉੱਭਰੇ ਸੀ, ਜਿਹੜੇ ਮਤਲਬ ਪੂਰੀ ਬੋਲੀ ਉਹੀ ਬੋਲਦੇ ਸੀ ਅੰਦੋਲਨ ਖਿਲਾਫ ਜੋ ਦਿੱਲੀ ਬੋਲਦੀ ਆ। ਸੋ ਇਹ ਲੋਕ ਅੰਦੋਲਨ ਖਿਲਾਫ ਉਹੀ ਬੋਲੀ ਬੋਲ ਰਹੇ ਨੇ ਜਿਹੜੀ ਦਿੱਲੀ ਬੋਲ ਰਹੀ ਆ। ਸਿੱਖਾਂ ਦੇ ਵਿੱਚੋਂ ਇੱਕ ਜਿਹਨੂੰ ਆਪਾਂ ਕਹਿ ਦਈਏ ਸੁਰਖ ਰੇਖਾ ਟਾਈਪ ਗਰੁੱਪ ਆ ਜਿਹੜਾ, ਉਹ ਨਿਕਲਿਆ ਆ। ਤੁਸੀਂ ਪਿਛਲੇ 10 ਦਿਨਾਂ ਤੋਂ ਦੇਖ ਲਓ, ਉਹਨਾਂ ਦਾ ਸਾਰਾ ਹਮਲਾ ਕਿਸਾਨ ਅੰਦੋਲਨ ਤੇ ਆ, ਕਿਸਾਨ ਲੀਡਰਸ਼ਿਪ ਤੇ ਆ, ਕਿਸਾਨ ਆਗੂਆਂ ਦੀ ਕਿਰਦਾਰਕੁਸ਼ੀ ਕਰਨ ਤੇ ਆ। ਇਹੀ ਸੁਰਖ ਰੇਖਾ ਵਾਲੇ ਕਰਦੇ ਹੁੰਦੇ ਸੀ। ਸੋ ਇਸ ਕਰਕੇ ਨਾ ਵੇਚਣ ਦਾ ਸਵਾਲ ਆ, ਨਾ ਫੜਾਉਣ ਦਾ ਸਵਾਲ ਆ। ਕਿਸਾਨ ਅੰਦੋਲਨ ਨੇ ਸਿਆਣਪ ਕੀਤੀ ਆ ਵੀ ਸਾਡੇ ਪ੍ਰਬੰਧਾਂ 'ਚ ਗੜਬੜ ਕਰਕੇ, ਪੁਲਿਸ ਦੀ ਸਾਜ਼ਿਸ਼ ਕਰਕੇ, ਜਜ਼ਬਾਤੀ ਹੋਣ ਕਰਕੇ ਜਿਹੜੇ ਨੌਜਵਾਨ ਉੱਥੇ ਫਸ ਗਏ, ਅਸੀਂ ਉਹਨਾਂ ਦੇ ਕੇਸਾਂ ਦੀ ਪੈਰਵੀ ਕਰਾਂਗੇ, ਅਸੀਂ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਕੋਸ਼ਿਸ਼ ਕਰ ਰਹੇ ਨੇ। ਇਹ ਪਰ ਮਾਲੀ ਸਾਹਿਬ, ਇਹ ਸਾਰਾ ਕੁਝ ਤਾਂ ਕਾਫੀ ਭਾਰੀ ਦਬਾਅ ਜਿਹੜਾ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਉਹਨਾਂ ਦੀ ਸਾਰ ਕਿਉਂ ਨਹੀਂ ਲੈਂਦੇ। ਪਹਿਲਾਂ ਤਾਂ ਪੱਲਾ ਛਡਾ ਗਏ ਸੀ ਉਹਨਾਂ ਨੌਜਵਾਨਾਂ ਬਾਰੇ, ਪਰ ਹੁਣ ਜਿਹੜੀ ਚਲੋ ਸਾਰ ਲੈ ਰਹੇ ਨੇ, ਇਹ ਵੀ ਇੱਕ ਚੰਗਾ ਕਦਮ ਹੈ। ਇਸ ਗੱਲ ਦਾ ਵੀ ਜਵਾਬ ਦਿਓ ਜਰਾ ਕਿ ਜੇ ਕੱਲ ਨੂੰ ਕਿਸਾਨ ਲੀਡਰ ਗ੍ਰਿਫਤਾਰ ਹੁੰਦੇ ਨੇ ਫਿਰ ਕੀ ਰੁਖ ਰਹੇਗਾ, ਕਿਉਂਕਿ ਹੁਣ ਤਾਂ ਦੀਪ ਸਿੱਧੂ ਦੀ ਗ੍ਰਿਫਤਾਰੀ ਹੈ, ਲੋਕ ਕਹਿੰਦੇ ਨੇ ਕਿ ਕਦੋਂ ਤੱਕ ਖੈਰ ਮਨਾਈ ਜਾਏਗੀ। ਕਿਸਾਨ ਆਗੂਆਂ ਤੇ ਵੀ ਜਿਹੜੇ ਉਹਨਾਂ ਨੂੰ ਵੀ ਨੋਟਿਸ ਕੀਤੇ ਗਏ, ਉਹਨਾਂ ਦੇ ਉੱਤੇ ਵੀ ਇਲਜ਼ਾਮ ਲੱਗ ਰਹੇ ਨੇ। ਜੇ ਕੱਲ ਨੂੰ ਕੋਈ ਇਹੋ ਜਿਹੀ ਗੱਲ ਸਾਹਮਣੇ ਆਂਦੀ ਹੈ ਤਾਂ ਕੀ ਬਣੇਗਾ ਕਿਸਾਨ ਅੰਦੋਲਨ ਦਾ? ਤੁਹਾਡੀ ਪਹਿਲੀ ਗੱਲ ਦਾ ਮੈਂ ਨਿੱਕਾ ਜਿਹਾ ਜਵਾਬ ਦੇ ਦਿੰਦਾ। ਜਿਹੜਾ ਤੁਸੀਂ ਇਹ ਕਿਹਾ ਨਾ ਵੀ ਇਹਨਾਂ ਤੇ ਦਬਾਅ ਪਿਆ ਫੇਰ ਕੀਤਾ, ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਮੋਰਚੇ ਤੇ ਸੱਟ ਕਿੱਡੀ ਵੱਡੀ ਸੀ। ਮੋਰਚੇ ਨੂੰ ਸੰਭਲਣ ਨੂੰ ਇਹ 3 ਦਿਨ ਲੱਗ ਗਏ ਆਪਣੇ ਆਪ ਨੂੰ, ਸਾਰੇ ਸੰਭਾਲਣ ਨੂੰ ਸੈੱਟ ਕਰਨ ਦੇ ਵਿੱਚ। ਉਹ ਬੜਾ ਨਾਜ਼ੁਕ ਪੁਆਇੰਟ ਸੀ, ਲੀਹ ਤੋਂ ਲਾਤਾ ਸੀ ਇਹ। ਇਸ ਕਰਕੇ ਨਾਲ ਦੀ ਨਾਲ ਇਹ ਕਹਿਣਾ ਵੀ ਤੁਸੀਂ ਉਹ ਨੌਜਵਾਨਾਂ ਦੀ ਬਾਹ ਫੜ ਲਓ। ਦੂਜੀ ਗੱਲ, ਜੇ ਤੁਸੀਂ ਸ਼ੰਭੂ ਮੋਰਚੇ 'ਚ ਬੈਠੇ ਹੋ ਜੀ,
ਤੁਸੀਂ ਕਿਤੇ ਜਾਂਦੇ ਹੋ ਗ੍ਰਿਫਤਾਰੀ ਹੋ ਜਾਂਦੀ ਹੈ, ਜੇਲ੍ਹ 'ਚ ਬੈਠੇ ਹੋ। ਇਹ ਐਡਾ ਕਿੱਡਾ ਕੁ ਮਸਲਾ ਹੋ ਗਿਆ ਜੀ। ਅੰਦੋਲਨ ਦੇ ਵਿੱਚ ਗ੍ਰਿਫਤਾਰੀਆਂ ਹੁੰਦੀਆਂ ਨੇ, ਹਜ਼ਾਰਾਂ ਗ੍ਰਿਫਤਾਰੀਆਂ ਹੁੰਦੀਆਂ ਨੇ, ਲੋਕ ਧਰਨਿਆਂ ਤੇ ਵੀ ਬਹਿੰਦੇ ਨੇ, ਜੇਲ੍ਹਾਂ 'ਚ ਵੀ ਬਹਿੰਦੇ ਨੇ, ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਜੇਲ੍ਹਾਂ 'ਚੋਂ ਬਾਹਰ ਕਢਾਓ। ਇਹ ਕਿੱਡਾ ਕੁ ਮੁੱਦਾ ਜੀ। ਇਹ ਤਾਂ ਭਾਰਤ ਸਰਕਾਰ ਦੀ ਇੱਕ ਪੂਰੀ ਪੱਕੀ ਨੀਤੀ ਆ ਵੀ ਜਦੋਂ ਵੀ ਕੋਈ ਅੰਦੋਲਨ ਚੱਲਦਾ ਉਹਦੇ ਦੌਰਾਨ ਨਵੇਂ ਮਸਲੇ ਪੈਦਾ ਕਰੋ, ਨਵੇਂ ਮਸਲੇ ਨੂੰ ਉਭਾਰੋ, ਤਾਂ ਕਿ ਮੂਲ ਮਸਲੇ ਤੋਂ ਧਿਆਨ ਪਾਸੇ ਭਟਕ ਜੇ। ਉਹ ਲੀਡਰਾਂ ਨੂੰ ਕਹੋ ਪਹਿਲੇਦਾਰ ਤੇ ਜਿਹੜੇ ਅੰਦੋਲਨ ਦੇ ਦੌਰਾਨ ਪੈਦਾ ਹੋਏ ਨੇ ਮਸਲੇ, ਪਹਿਲਾਂ ਜੀ ਉਹਨੂੰ ਹੱਲ ਕਰੋ ਜੀ। ਪਹਿਲਾਂ ਬੀਬੀ ਨੂਰਦੀਪ ਦਾ ਮਸਲਾ ਹੱਲ ਕਰੋ ਜੀ, ਪਹਿਲਾਂ ਦੀਪ ਦਾ ਕਰੋ ਜੀ, ਪਹਿਲਾਂ ਜੇਲ੍ਹਾਂ 'ਚ ਬੈਠੇ ਨੂੰ ਕਰੋ ਜੀ, ਪਹਿਲਾਂ ਆਹ ਕਰੋ ਜੀ। ਅੰਦੋਲਨ ਦੇ ਨਾਲ ਇਹ ਮਸਲੇ ਚੱਲਦੇ ਰਹਿੰਦੇ ਹੁੰਦੇ ਨੇ, ਅੰਦੋਲਨ ਦੇ ਨਾਲ ਇਹ ਹੱਲ ਹੁੰਦੇ ਰਹਿੰਦੇ ਨੇ। ਜਦੋਂ ਰਾਜੇਵਾਲ ਸਾਹਿਬ ਨੇ ਸਪਸ਼ਟ ਬਿਆਨ ਦਿੱਤਾ, ਅੰਦੋਲਨ ਵੱਲੋਂ ਬਿਆਨ ਦਿੱਤਾ, ਮੈਂ ਵਿਅਕਤੀਗਤ ਬਿਆਨ ਨਹੀਂ ਕਹਿੰਦਾ ਉਹਨਾਂ ਦਾ, ਵੀ ਜਦੋਂ ਕਿਸਾਨ ਮੋਰਚੇ ਦੇ ਮਸਲੇ ਹੱਲ ਹੋਣਗੇ ਨਾਲ ਇਹ ਸਾਰੇ ਮਸਲੇ ਵੀ ਹੱਲ ਹੋਣਗੇ। ਗੱਲਬਾਤ ਪਹਿਲਾਂ ਵੀ ਹੋਣਗੇ। ਨਿਆਂਇਕ ਜਾਂਚ ਦੀ ਵੀ ਗੱਲ ਕੀਤੀ ਆ, ਜਿਹੜਾ ਪੁਲਿਸ ਨੇ ਉੱਥੇ ਜ਼ਬਰ ਕੀਤਾ ਉਹਦੀਆਂ ਵੀ ਗੱਲਾਂ ਹੋਈਆਂ ਨੇ। ਸੋ ਇਸ ਕਰਕੇ ਇਹਨੂੰ ਐ ਕਹਿਣਾ ਵੀ ਇਹ ਸਾਡੇ ਕਰਕੇ ਸਾਰਾ ਕੁਝ ਕੀਤਾ, ਤੇ ਇਹ ਗੱਲ ਮੈਨੂੰ ਲੱਗਦਾ ਵਾਜਬ ਨਹੀਂ ਹੈ। ਮਾਲੀ ਸਾਹਿਬ, ਮਤਲਬ ਇਹ ਮੰਨ ਲਿਆ ਜਾਵੇ ਕਿ ਜਿਵੇਂ ਕਹਿੰਦੇ ਨੇ ਕਿ ਜੇ ਮਸਲੇ ਸਾਰੇ ਕਿਸਾਨਾਂ ਦੇ ਹੱਲ ਹੋ ਗਏ ਤਾਂ ਬਾਕੀ ਮਸਲੇ ਵੀ ਹੱਲ ਹੋ ਜਾਣਗੇ, ਕਿ ਕਿਸਾਨ ਆਗੂ ਇਸ ਗੱਲ ਨੂੰ ਰਾਜ਼ੀ ਹੋ ਜਾਣਗੇ ਕਿ ਦੀਪ ਸਿੱਧੂ ਨੂੰ ਵੀ ਛਡਾ ਲਿਆ ਜਾਵੇ, ਉਹਦੇ ਤੋਂ ਵੀ ਪਰਚੇ ਰੱਦ ਕਰਵਾ ਦਿੱਤੇ ਜਾਣ? ਨਹੀਂ, ਦੇਖੋ ਇਹ ਨਹੀਂ ਮੈਂ ਕਹਿ ਸਕਦਾ। ਜਦੋਂ ਤੁਸੀਂ ਇੱਕ ਅੰਦੋਲਨ ਨਾਲੋਂ ਅੱਡ ਹੋ ਕੇ ਅੰਦੋਲਨ ਨੂੰ ਰੱਦ ਕਰਕੇ ਲੀਡਰਸ਼ਿਪ ਦੇ ਦੋਸ਼ ਲਾ ਕੇ ਬੁੱਕਲ ਚਰੋੜੀ ਭੰਨਦੇ ਨੇ, ਇਹ ਜਿਵੇਂ ਹੁਣੇ ਕਹੇ ਵੇਚਤਾ ਜੀ, ਕਿਹਨੂੰ ਵੇਚਤਾ ਜੀ, ਕਿਹਨੇ ਵੇਚਤਾ ਜੀ? ਹਾਲੇ ਲੜਾਈ ਚੱਲ ਰਹੀ ਆ, ਸੰਘਰਸ਼ ਚੱਲ ਰਿਹਾ। ਤੁਸੀਂ ਪਹਿਲੇ ਕਹੀ ਜਾਂਦੇ ਸੀ ਤਾਂ ਵੇਚ ਦੇਣਗੇ, ਵਿਕ ਜਾਣਗੇ। ਜਦੋਂ ਹਰ ਇੱਕ ਗੱਲ ਰੱਦ ਹੋਈ ਜਾਂਦੀ ਆ, ਜਦੋਂ ਵਿਕ ਜਾਣਗੇ ਮੈਂ ਸਭ ਤੋਂ ਪਹਿਲਾਂ ਇਹਨਾਂ ਦੇ ਖਿਲਾਫ ਬੋਲੂ। ਇਹ ਨਹੀਂ ਕੋਈ ਗੱਲ ਹੁੰਦੀ। ਤੁਸੀਂ ਪਹਿਲੇ ਗੱਲ ਕਰਕੇ ਉਹਦੇ ਖਿਲਾਫ ਇੱਕ ਗੱਲ ਖੜੀ ਕਰ ਲਓ, ਇਹ ਕੋਈ ਵਾਜਬ ਨਹੀਂ ਗੱਲ ਹੁੰਦੀ ਕਿਸੇ ਵੀ ਤਰ੍ਹਾਂ ਦੀ, ਕਿਉਂਕਿ ਅੰਦੋਲਨ ਐਂ ਹੁੰਦਾ ਆ। ਇਹਨਾਂ ਨੇ ਕਦੇ ਰੈਲੀ ਤਾਂ ਕੀਤੀ ਨਹੀਂ ਜੀ, ਕਿ ਇਹਨਾਂ ਨੂੰ ਤਾਂ ਇਹ ਕਹਿ ਕੇ ਨਕਾਰਦੇ ਸੀ ਇਹ ਤਹਿਸੀਲਦਾਰਾਂ ਦੇ ਦਫ਼ਤਰ ਘੇਰਨ ਵਾਲੇ ਨੇ ਜੀ, ਇਹ ਐਸਡੀਐਮ ਦੇ ਦਫ਼ਤਰ ਘੇਰਨ ਵਾਲੇ ਨੇ ਜੀ, ਥਾਣਿਆਂ ਦੇ ਦਫ਼ਤਰ ਘੇਰਨ ਵਾਲੇ ਨੇ। ਤੇ ਇਹਨਾਂ ਨੇ ਕੀ ਕੀਤਾ ਜੀ? ਜਿਹੜੇ ਇਹ ਕਹਿ ਰਹੇ ਨੇ ਉਹਨਾਂ ਦੀ ਆਪਣੀ ਪ੍ਰੈਕਟਿਸ ਕੀ ਆ? ਜਦੋਂ ਕੋਈ ਅੰਦੋਲਨ ਹੱਲ ਹੁੰਦਾ ਉਹਦੇ ਨਾਲ ਇਹ ਮਸਲੇ ਹੱਲ ਹੁੰਦੇ ਨੇ, ਪਰ ਉਹ ਲੀਡਰਸ਼ਿਪ ਹਮੇਸ਼ਾ ਕਮਜ਼ੋਰ ਪੈ ਜਾਂਦੀ ਆ ਜਿਹੜੀ ਅੰਦੋਲਨ ਦੌਰਾਨ ਪੈਦਾ ਹੋਏ ਮਸਲਿਆਂ ਨੂੰ ਅਹਿਮੀਅਤ ਸਿਰੇ ਦੀ ਦੇ ਦੇ, ਉਹਨਾਂ ਦਾ ਦਬਾਅ ਇੰਨਾ ਬਣ ਜੇ ਤੇ ਮੁੜ ਕੇ ਉਹਨਾਂ ਮੰਗਾਂ ਤੇ ਸਮਝੌਤਾ ਕਰਕੇ ਬੁਨਿਆਦੀ ਮਸਲੇ ਉਸੇ ਤਰ੍ਹਾਂ ਰਹਿ ਜਾਣ ਜਿਵੇਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ। ਸੋ ਇਸ ਕਰਕੇ ਜਿੱਥੇ ਹੁਣ ਇਹ ਅੰਦੋਲਨ ਪਹੁੰਚ ਗਿਆ, ਇਹ ਹੁਣ ਤੋਂ ਪਹਿਲਾਂ ਤਾਂ ਕਹਿੰਦੇ ਸੀ ਜੀ ਕਲਾ ਵਰਤ ਗਈ, ਲੀਡਰ ਆ ਜਿਹੜੇ ਭੱਜ ਨਹੀਂ ਸਕਦੇ, ਲੋਕ ਇਹਨਾਂ ਨੂੰ ਭੱਜਣ ਨਹੀਂ ਦੇਣਗੇ, ਲੋਕਾਂ ਦੀ ਜੁੱਤੀ ਆ ਜਿਹੜੇ ਉਹ ਫਿਰੂ, ਲੋਕਾਂ ਦੀ ਜੁੱਤੀ ਫਿਰ ਤਾਂ ਇਹਨਾਂ ਤੇ ਗਈ ਜੋ ਇਹਨਾਂ ਨੇ ਕੀਤਾ, ਲੋਕ ਸੰਭਲ ਵੀ ਗਏ। ਤੇ ਹੁਣ ਉਹ ਕਲਾ ਕਿੱਥੇ ਗਈ ਜੀ? ਹੁਣ ਲੋਕਾਂ ਦੀ ਜੁੱਤੀ ਕਿੱਥੇ ਗਈ ਜੀ? ਹੁਣ ਕਿਉਂ ਨਹੀਂ ਫਿਰੂ? ਇਹਦਾ ਮਤਲਬ ਮਾਲੀ ਸਾਹਿਬ ਹੋ ਗਏ, ਜੇ ਅੰਦੋਲਨ ਤੋਂ ਪਰਾਂ ਹੋ ਗਏ ਤਾਂ ਸਾਰਾ ਪ੍ਰਵਚਨ ਵੀ ਪਰਾਂ ਹੋ ਗਿਆ, ਉਹ ਸਾਰਾ ਝੂਠੇ ਸੀ। ਉਹ ਜਿਹੜੀ ਕਲਾ ਸੀ ਵਰਤੀ ਨਹੀਂ ਸੀ। ਇਹਦਾ ਮਤਲਬ ਤੁਸੀਂ ਕਿਸੇ ਆਪਣੇ ਮੰਤਵ ਖਾਤਰ, ਸਿਆਸੀ ਮੰਤਵ ਖਾਤਰ ਉਹਨੂੰ ਵਰਤਾ ਰਹੇ ਸੀ। ਮਾਲੀ ਸਾਹਿਬ, ਇੱਕ ਹੋਰ ਗੱਲ ਹੈ, ਜਦੋਂ ਤੁਸੀਂ ਖੜੇ ਨੇ ਲੋਕ ਐ ਸਮਝੌਤਾ ਨਹੀਂ ਕਰਨ ਦੇਣਗੇ, ਜਥੇਬੰਦੀਆਂ ਦੇ ਵਿੱਚ ਭੇਜਣੇ, ਇਹ ਸਾਰੇ ਵਿਛਾਲ ਰਹੇ ਨੇ। ਕਿਸੇ ਜਥੇਬੰਦੀ ਦੀ ਜੁਰਤ ਨਹੀਂ ਵੀ ਮੋਰਚੇ ਨੂੰ ਛੱਡ ਕੇ ਜਾਂ ਪਰ ਚਲੀ ਜਾਊਗੀ। ਲੋਕਾਂ ਦਾ ਐਡਾ ਵੱਡਾ ਦਬਾਅ, ਤੇ ਦਬਾਅ ਪਹਿਲਾਂ ਨਾਲੋਂ ਵੀ ਜ਼ਿਆਦਾ ਬਣ ਗਿਆ ਸੁਖਵਿੰਦਰ ਜੀ। ਜੀ ਮਾਲੀ ਸਾਹਿਬ, ਮੈਂ ਇਹ ਪੁੱਛ ਰਿਹਾ ਸੀ ਕਿ ਜਦੋਂ ਤੁਸੀਂ ਕਲਾ ਵਰਤਾਉਣ ਵਾਲਿਆਂ ਦੀ ਗੱਲ ਕਰਦੇ ਹੋ, ਸਮਝ ਗਏ ਹੁਣੇ ਲੋਕ ਤੁਸੀਂ ਕਿਹਦੇ ਵੱਲ ਇਸ਼ਾਰਾ ਕਰਦੇ ਹੋ। ਤੇ ਦੂਜੀ ਗੱਲ ਇਹਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਇਹੋ ਜਿਹਾ ਬਿਰਤਾਂਤ ਸਿਰਜਿਆ ਜਾਂਦਾ ਹੈ ਤਾਂ ਦੀਪ ਸਿੱਧੂ ਨੂੰ ਕਿਤੇ ਨਾ ਕਿਤੇ ਭਿੰਡਰਾਂ ਵਾਲਿਆਂ ਦਾ ਵਾਰਸ ਜਿਹੜਾ ਗਰਦਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਦੀਪ ਸਿੱਧੂ ਹੀ ਇਸ ਵੇਲੇ ਜਿਹੜਾ ਉਹ ਜਾਂ ਪੰਜਾਬੀ ਹਿਤੈਸ਼ੀ ਹੈ ਜਾਂ ਸਿੱਖਾਂ ਦਾ ਹਿਤੈਸ਼ੀ ਹੈ, ਇਹੋ ਜਿਹਾ ਕੁਝ ਬਣਾਉਣ ਦੀ ਕੋਸ਼ਿਸ਼, ਇੱਕ ਹੀਰੋ ਬਣਾਉਣ ਦੀ ਕੋਸ਼ਿਸ਼ ਬਿਲਕੁਲ ਕੀਤੀ ਜਾ ਰਹੀ ਹੈ ਜੀ। ਪਹਿਲਾਂ ਵੀ ਕੀਤੀ ਜਾ ਰਹੀ ਸੀ, ਹੁਣ ਵੀ ਕੀਤੀ ਜਾ ਰਹੀ ਆ। ਤੁਸੀਂ ਦੇਖੋ ਉਹ ਸਾਰੀਆਂ ਧਿਰਾਂ ਜਿਹੜੀਆਂ ਮੋਰਚੇ ਤੋਂ ਵੀ ਆਊਟ ਹੋ ਗਈਆਂ, ਲੀਡਰਸ਼ਿਪ ਦੇ ਖਿਲਾਫ ਵੀ ਬੋਲਦੀਆਂ ਨੇ ਤੇ ਇਹਨੂੰ ਹੀਰੋ ਵਜੋਂ ਵੀ ਉਭਾਰ ਰਹੀਆਂ ਨੇ। ਚੰਡੀਗੜ੍ਹ ਦੇ ਇੱਕ ਬਹੁਤ ਸੀਨੀਅਰ ਪੱਤਰਕਾਰ ਨੇ, ਉਹਨਾਂ ਨੇ ਟਿੱਪਣੀ ਲਿਖੀ ਇਸ ਤੋਂ ਬਾਅਦ, ਸਾਡੀ ਕੌਮ ਦੀ ਰੂਹ ਦਾ ਹਿੱਸਾ ਨੇ ਲੱਖਾ ਸਿਧਾਣਾ ਤੇ ਦੀਪ ਸਿੱਧੂ, ਅਸੀਂ ਇਹਨਾਂ ਨੂੰ ਗ੍ਰਿਫਤਾਰ ਨਹੀਂ ਹੋਣ ਦੇਣਾ। ਜਦੋਂ ਕੋਈ ਮੋਰਚੇ ਦਾ ਹਿੱਸਾ ਹੁੰਦਾ ਉਦੋਂ ਮੋਰਚਾ ਨੂੰ ਸਾਂਭਦਾ ਜਾਂ ਉਹਦੇ ਸਾਥੀ ਸਾਂਭਦੇ ਨੇ, ਗ੍ਰਿਫਤਾਰੀਆਂ ਨਹੀਂ ਦਿੰਦੇ ਰਹੇ ਲੋਕ ਕਿੰਨਾ ਚਿਰ। ਦੀਪ ਸਿੱਧੂ ਨੂੰ ਨਾ ਕਿਸੇ ਨੇ ਸਾਂਭਿਆ, ਤੇ ਜਿਨ੍ਹਾਂ ਨੇ ਪੋਸਟ ਪਾਈ ਸੀ ਅਸੀਂ ਗ੍ਰਿਫਤਾਰ ਨਹੀਂ ਹੋਣ ਦੇਣਾ, ਤੇ ਉਹ ਪੋਸਟਾਂ ਵੀ ਡਿਲੀਟ ਕਰ ਰਹੇ ਨੇ ਹੁਣ ਸਾਰੇ। ਜਿਨ੍ਹਾਂ ਨੇ ਲਾਲ ਕਿਲੇ ਦੇ ਨਾਲ ਉਦੋਂ ਫੋਟੋਆਂ ਪਾਈਆਂ ਸੀ ਉੱਤੇ ਖੜ ਕੇ ਵੀ ਆਹ ਖੜੇ ਨੇ ਜੀ ਅਜੇਪਾਲ ਸਿੰਘ ਜੀ, ਆਹ ਖੜੇ ਨੇ ਜੀ ਸੇਖੋਂ ਸਾਹਿਬ ਦਵਿੰਦਰ ਜੀ, ਆਹ ਫਲਾਣੇ ਖੜੇ ਨੇ ਜੀ, ਸਾਰੇ ਪੋਸਟ ਡਿਲੀਟ ਸੋਸ਼ਲ ਮੀਡੀਆ ਤੋਂ ਕਰਕੇ ਭੱਜ ਰਹੇ ਨੇ। ਜਿਹੜੇ ਉਦੋਂ ਦੀਪ ਸਿੱਧੂ ਦਾ ਇੱਕ ਆਪ ਦਾ ਪ੍ਰਵਚਨ ਆ, ਉਹਨੇ ਕਿਹਾ ਸੀ ਮੈਂ ਪੇਸ਼ ਹੋਊਂਗਾ, ਮੈਂ ਜਾਂਚ ਸ਼ਾਮਲ ਹੋਊਂਗਾ,
ਕਿਉਂਕਿ ਮੈਂ ਕੋਈ ਗੁਨਾਹ ਨਹੀਂ ਕੀਤਾ। ਉਹ ਗ੍ਰਿਫਤਾਰ ਕਰ ਲਿਆ, ਪੇਸ਼ ਹੋ ਗਿਆ, ਇਹ ਛੋਟੀ ਗੱਲ ਆ। ਇਹ ਉਹਨੂੰ ਅੱਜ ਹਾਲ ਇਹ ਬਣ ਗਿਆ ਵੀ ਤੁਸੀਂ ਸੰਤਾਂ ਦਾ ਇੱਕ ਵਰਤਾਂਤ ਕਰਕੇ ਸਿੱਖਾਂ ਨੂੰ ਜਿੰਨਾ ਮਰਜ਼ੀ ਬੇਵਕੂਫ ਬਣਾਈ ਜਾਓ, ਕਿਉਂਕਿ ਉਹਨਾਂ ਨੇ ਸੰਤਾਂ ਦੀ ਗੱਲ ਕਰ ਲਈ। ਜੇ 5 ਮਹੀਨੇ ਦੇ ਵਿੱਚ 6 ਮਹੀਨੇ ਦੇ ਵਿੱਚ ਚਲੋ ਉਹਦਾ ਪਰਿਵਰਤਨ ਹੋ ਗਿਆ, ਜੇ ਸੋਚ ਦਾ ਪਰਿਵਰਤਨ ਹੋਇਆ, ਸ਼ਕਲ ਦਾ ਪਰਿਵਰਤਨ ਕਿਉਂ ਨਹੀਂ ਹੁੰਦਾ? ਅੱਜ ਮੈਂ ਤਾਂ ਇਹ ਕਹਿੰਦਾ ਵੀ ਸਾਡੇ ਲਈ, ਪੰਜਾਬ ਲਈ ਜਾਂ ਉਹਨਾਂ ਸਿੱਖਾਂ ਦੇ ਲਈ ਇਹ ਆਪਣੇ ਆਪ ਇੱਕ ਸਵਾਲ ਆ ਵੀ ਤੁਸੀਂ ਉਹਨਾਂ ਲੋਕਾਂ ਨੂੰ ਹੀਰੋ ਬਣਾ ਰਹੇ ਹੋ ਜਿਨ੍ਹਾਂ ਦਾ ਅਤੀਤ ਵੀ ਕੋਈ ਨਹੀਂ ਰਿਹਾ, ਜਿਨ੍ਹਾਂ ਦਾ ਪ੍ਰੈਜ਼ੈਂਟ ਦੇ ਵਿੱਚ ਵੀ 100 ਇੰਨੇ ਪਰ ਮਾਲੀ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਸ਼ਕਲ ਦਾ ਜਿਹੜਾ ਉਹ ਸਰੂਪ ਜਿਹੜਾ ਉਹ ਬਦਲਿਆ ਨਹੀਂ। ਕੀ ਲੱਗਦਾ ਕਿ ਸ਼ਕਲ ਦਾ ਸਰੂਪ ਬਦਲ ਕੇ ਲੋਕ ਯਕੀਨ ਕਰ ਲੈਣਗੇ? ਜਿਵੇਂ ਕਹਿੰਦੇ ਹੁੰਦੇ ਨੇ ਕਿ ਅੰਦਰੋਂ ਤਾਂ ਹਰਕਤਾਂ ਉਹੋ ਜਿਹੀਆਂ ਹੀ ਰਹਿੰਦੀਆਂ ਹੁੰਦੀਆਂ ਇਨਸਾਨ ਦੀਆਂ, ਉਹ ਭਾਵੇਂ ਕੋਈ ਵੀ ਹੋਵੇ, ਅਸੀਂ ਹੋਈਏ, ਤੁਸੀਂ ਹੋਏ ਜਾਂ ਕੋਈ ਹੋਰ ਵੀ ਹੋਵੇ। ਨਹੀਂ, ਸ਼ਕਲ ਦੇ ਨਾਲ ਨਹੀਂ ਦੀ ਗੱਲ ਬਣਦੀ, ਪਰ ਅਸੀਂ ਜਿਵੇਂ ਕਹਿੰਦੇ ਆ ਜੈਸਾ ਦੇਸ਼ ਵੈਸਾ ਭੇਸ, ਆਮ ਤੌਰ ਤੇ ਇਹ ਹੁੰਦਾ। ਸਿੱਖਾਂ ਦੇ ਵਿੱਚ ਵੀ ਬਹੁਤ ਸਾਰੇ ਦਾੜੀ ਕੱਟਦੇ ਨੇ, ਕੇਸ ਕੱਟਦੇ ਨੇ, ਮਤਲਬ ਸਿੱਖੀ ਵਿਚਾਰ ਆਚਰ ਅਨੁਸਾਰ ਉਹ ਚੰਗੇ ਹੋ ਜਾਂਦੇ ਨੇ। ਸਾਡੇ ਗੁਰੂਆਂ ਦੇ ਨਾਲ ਵੀ ਜੇ ਪੀਰ ਬੁੱਧੂ ਸ਼ਾਹ ਵਰਗੇ ਰਹੇ ਨੇ, ਜੇ ਟੋਡਰ ਮੱਲ ਵਰਗੇ ਰਹੇ ਨੇ, ਤਾਂ ਵੀ ਆ। ਜੇ ਅੱਜ ਯੂਪੀ ਦੇ ਕਿਸਾਨ ਲੜ ਰਹੇ ਨੇ, ਉਹ ਵੀ ਬਾਬੇ ਗੁਰੂ ਨਾਨਕ ਦਾ ਪ੍ਰਵਚਨ ਹੈ ਨਾ ਵੀ ਉੱਤਮ ਖੇਤੀ ਮੱਧਮ ਵਪਾਰ, ਖੇਤੀ ਖਸਮਾ ਸੇਤੀ। ਇਹ ਥੋੜਾ ਵੀ ਜਿੱਥੇ ਕੇਸਰੀ ਨਿਸ਼ਾਨ ਨਹੀਂ ਲਹਿਰਾਉਂਦਾ ਉੱਥੇ ਬਾਬੇ ਨਾਨਕ ਦਾ ਪ੍ਰਵਚਨ ਨਹੀਂ ਹੈਗਾ, ਜਾਂ ਬਾਬੇ ਨਾਨਕ ਦਾ ਸਿਧਾਂਤ ਨਹੀਂ, ਜਾਂ ਬਾਬੇ ਨਾਨਕ ਦਾ ਫਲਸਫਾ ਹੈ ਨਹੀਂ। ਉਹ ਸ਼ਕਲਾਂ ਨਾਲ ਨਹੀਂ ਵੱਜਿਆ ਹੋਇਆ, ਉਹ ਅਮਲਾਂ ਨਾਲ ਵੱਜਿਆ ਹੋਇਆ। ਬਾਣੀ ਦੇ ਵਿੱਚ ਵੀ ਇਹ ਕਿਹਾ, ਗੁਰੂ ਇਹ ਕਿਹਾ ਜਾਂਦਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਅਮਲ ਨੇ ਜਿਹੜੇ ਸੀਰਤਾ ਉਹ ਫੈਸਲਾ ਕੁਨਾ, ਪਰ ਜਿਹੋ ਜਿਹੇ ਭਾਈਚਾਰੇ ਤੁਸੀਂ ਰਹਿੰਦੇ ਹੁੰਦੇ ਹੋ, ਉਹਨਾਂ ਦੀਆਂ ਅਕਲਾਂ ਸ਼ਕਲਾਂ ਤੁਹਾਨੂੰ ਪਹੁੰਚਦੀਆਂ ਨੇ, ਚੰਗੀਆਂ ਹੁੰਦੀਆਂ ਨੇ। ਅੱਜ ਜੇ ਕੋਈ ਹਿੰਦੂ ਵੀਰ, ਮੁਸਲਮਾਨ ਵੀਰ ਪੰਜਾਬ ਦੇ ਮੋਰਚੇ ਦੇ ਵਿੱਚ ਡਟਿਆ ਖੜਾ, ਕੀ ਉਹ ਬਾਬੇ ਨਾਨਕ ਦੇ ਫਲਸਫੇ ਨੂੰ ਬੁਲੰਦ ਨਹੀਂ ਕਰਦਾ? ਕੀ ਅਸੀਂ ਉਹਨੂੰ ਐ ਕਹਾਂਗੇ ਤੂੰ ਨਿਸ਼ਾਨ ਸਾਹਿਬ ਪਹਿਲਾਂ ਲਾ ਤੇ ਆਪਣੀ ਸ਼ਕਲ ਬਦਲ ਤਾਂ ਤੈਨੂੰ ਅਸੀਂ ਇਹ ਮੰਨਾਂਗੇ? ਇਹ ਜਿਹੜਾ ਸਿੱਖੀ ਦੇ ਵਿੱਚ ਇੱਕ ਬ੍ਰਾਹਮਣਵਾਦੀ ਕਲਚਰ ਆ ਰਿਹਾ ਨਾ ਜੀ, ਜਿਹੜਾ ਜਿਹਨੂੰ ਆਪਾਂ ਕਹਿੰਦੇ ਬੁੱਤ ਨੂੰ ਪੂਜਦਾ, ਜਿਹੜਾ ਕਹਿੰਦੇ, ਜਿਹੜਾ ਇਹ ਗੱਲ ਉਚਾਰਦਾ ਨਾ, ਹਾਲੇ ਤੱਕ ਵੀ ਵੈਰਾਂ ਨੂੰ ਤਸਵੀਰ ਡਰਾਵੇ, ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ। ਇਹ ਜਿਹੜੀ ਮੂਰਤੀ ਪੂਜਾ ਸਿੱਖਾਂ ਦੇ ਵਿੱਚ ਤਾਂ ਮਨਾਹੀ ਆ। ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜੋ ਵਿਚਾਰ ਨੇ, ਜੋ ਅਮਲਾ, ਉਹਦੇ ਪ੍ਰਤੀ ਸਾਡੀ ਕੀ ਪਹੁੰਚ ਆ, ਉਹ ਤੁਸੀਂ ਪੂਰੀ ਤਰ੍ਹਾਂ ਸਹਿਮਤ ਹੋ, ਕ੍ਰਿਟੀਕਲ ਵਾਡਾ ਉਹ ਗੱਲ ਆ। ਸਾਡੀ ਗੁਰਬਾਣੀ ਪ੍ਰਤੀ ਕੀ ਸਮਝ ਆ, ਸਾਡੀ ਜੀਵਨ ਜਾਂਚ ਕੀ ਆ, ਉਹਦੇ ਨਾਲ ਗੱਲਾਂ ਨੇ ਜਿਹੜੀਆਂ ਉਹ ਤੈਅ ਹੋਣੀਆਂ ਨੇ। ਸੋ ਮੈਂ ਤਾਂ ਅੱਜ ਵੀ ਕਹਿੰਦਾ ਵੀ ਇਹ ਜਿਹੜਾ ਸੰਘਰਸ਼ ਆ ਬਾਬੇ ਗੁਰੂ ਨਾਨਕ ਦੇ ਫਲਸਫੇ ਨੂੰ ਬੁਲੰਦ ਕਰ ਰਿਹਾ, ਸਰਬੱਤ ਦੇ ਭਲੇ 'ਚ ਆਪਣਾ ਭਲਾ ਦੇਖਣਾ, ਸਾਂਝ ਕੁੜੀ ਕੇ ਗੁਣਾ ਤੇਰੀ ਛੋੜ ਅਵਗਣ ਚੱਲੀਏ। ਸੋ ਇਹ ਉਸ ਅਨੁਸਾਰ ਚੱਲ ਰਿਹਾ। ਇਸੇ ਕਰਕੇ ਸਮੂਹਕ ਲੀਡਰਸ਼ਿਪ ਉੱਭਰੀ ਹੋਈ ਆ। ਜਿਹੜਾ ਅਸੀਂ ਕਹਿੰਦੇ ਵੀ ਸੰਗਤ ਆ ਜਿਹੜੀ 21 ਵਿਸਵੇ, ਗੁਰੂ 20 ਵਿਸਵੇ, ਇਹਦਾ ਸੰਕਲਪ ਕੀ ਆ? ਸਮੂਹਕ ਲੀਡਰਸ਼ਿਪ ਆ, ਪਰ ਅਗਵਾਈ ਵੀ ਹੈਗੀ ਆ। ਇਹਨਾਂ ਨੇ ਕੀ ਕੀਤਾ? ਸੰਗਤ ਦੀ ਗੱਲ ਕਰਕੇ ਸੰਗਤ ਕਹਿੰਦੀ ਆ ਗੁਰੂ ਨੂੰ ਪਾਸੇ ਕਰਤਾ, ਲੀਡਰਾਂ ਨੂੰ ਨਕਾਰਤਾ। ਸਿੱਟਾ ਕੀ ਨਿਕਲਿਆ ਜੀ ਤੁਹਾਡੇ ਸਾਹਮਣੇ? ਹਾਲਾਂਕਿ ਇੱਕ ਲੀਡਰ ਨਹੀਂ ਹੈ ਇੱਥੇ, ਸਮੂਹਕ ਲੀਡਰਸ਼ਿਪ ਆ। ਇਹੀ ਅੰਦੋਲਨ ਦੀ ਸ਼ਕਤੀ ਆ। ਇਹਨੂੰ ਪ੍ਰਵਾਨ ਕਰਨ ਦੀ ਥਾਂ ਇਹ ਸੰਘਰਸ਼ ਦਾ ਹੀਰੋ ਜੀ ਦੀਪ ਸਿੱਧੂ ਤੇ ਲੱਖਾ ਸਦਾਣਾ, ਕਲਾ ਵਰਤੀਆ ਦੀਪ ਸਿੱਧੂ ਤੇ ਜਿਹਨੇ ਨਾਕੇ ਤੋੜੇ, ਕਲਾ ਵਰਤੀਆ ਲੱਖੇ ਤੇ ਜਿਹਨੇ ਉੱਥੇ ਨਹੀਂ ਜਾਣ ਭੇਜਿਆ। ਇਹ ਸਾਰੀ ਬ੍ਰਾਹਮਣਵਾਦੀ ਵਿਆਖਿਆ, ਇਹਦਾ ਸਿੱਖੀ ਨਾਲ ਕੋਈ ਤਲਕ ਨਹੀਂ ਜੀ। ਮਾਲੀ ਸਾਹਿਬ, ਮੇਰੇ ਆਖਰੀ ਸਵਾਲ ਦਾ ਜਵਾਬ ਥੋੜਾ ਇਹਨੂੰ ਵੀ ਖੋਲ ਕੇ ਦੱਸਿਓ ਕਿ ਦੀਪ ਸਿੱਧੂ ਹੁਣ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ, ਸਵਾਲ ਉਹ ਤੋਂ ਬਹੁਤ ਹੋ ਰਹੇ ਨੇ। ਕਿਹਾ ਜਾ ਰਿਹਾ ਕਿ ਪੁੱਛਿਆ ਵੀ ਜਾ ਰਿਹਾ ਕਿ ਜਿਹੜੇ ਕਿਸਾਨ ਲੀਡਰਾਂ ਨੂੰ ਉਹ ਕਹਿ ਰਹੇ ਸੀ ਕਿ ਮੈਂ ਚੇਤਾਵਨੀ ਦਿੰਦਾ, ਉਹਨਾਂ ਦੇ ਬਾਰੇ ਵੀ ਪੁੱਛਗਿੱਛ ਹੋ ਰਹੀ ਹੈ। ਸਾਰੇ ਸਵਾਲ ਜਵਾਬ ਹੋਣਗੇ। ਤੇ ਦੂਜੀ ਗੱਲ ਇਹ ਹੈ ਕਿ ਹੁਣ ਲੋਕ ਇਹ ਸਵਾਲ ਪੁੱਛਦੇ ਨੇ ਕਿ ਦੀਪ ਸਿੱਧੂ ਤਾਂ ਗ੍ਰਿਫਤਾਰ ਹੋ ਗਿਆ, ਜਿਹਨੂੰ ਤੁਸੀਂ ਕਹਿੰਦੇ ਸੀ ਕਿ ਉਹ RSS ਦਾ, ਕਿਸਾਨ ਜਥੇਬੰਦੀਆਂ ਕਹਿੰਦੀਆਂ ਸੀ ਕਿ ਉਹ BJP ਦਾ। ਤਸਵੀਰਾਂ ਵੀ ਵਾਇਰਲ ਹੋਈਆਂ ਪ੍ਰਧਾਨ ਮੰਤਰੀ ਸਾਹਿਬ ਨਾਲ, ਸਨੀ ਦਿਓਲ ਦੇ ਨਾਲ। ਹਾਲਾਂਕਿ ਸਾਰੇ ਜਿਹੜੇ ਨੇ ਇਸ ਤੋਂ ਪਾਸਾ ਵੱਟ ਗਏ ਬਾਅਦ ਦੇ ਵਿੱਚ। ਪਰ ਹੁਣ ਕੀ ਲੱਗਦਾ ਹੈ ਕਿ ਲੋਕ ਕਹਿੰਦੇ ਨੇ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਕੀ ਹੁਣ ਤੁਸੀਂ ਬਿੱਲ ਰੱਦ ਕਰਾ ਲਓਗੇ? ਕੀ ਹੁਣ ਖੇਤੀ ਕਾਨੂੰਨ ਰੱਦ ਹੋ ਜਾਣਗੇ? ਗ੍ਰਿਫਤਾਰੀ ਤਾਂ ਹੋਗੀ, ਉਸ ਗੱਲ ਤੇ ਮੋਹਰ ਲੱਗ ਰਹੀ ਹੈ ਕਿ ਦੀਪ ਸਿੱਧੂ RSS ਜਾਂ BJP ਦਾ ਏਜੰਟ ਨਹੀਂ ਸੀ। ਜੇ ਹੁੰਦਾ ਤਾਂ ਸ਼ਾਇਦ ਉਹਨੂੰ ਗ੍ਰਿਫਤਾਰ ਵੀ ਨਾ ਕੀਤਾ ਜਾਂਦਾ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਨਹੀਂ, ਅਸਲ ਦੇ ਵਿੱਚ ਨਾ ਜੀ ਇਹ ਜਿਹੜੇ ਪ੍ਰਵਚਨ ਉਸਾਰੇ ਜਾ ਰਹੇ ਨੇ ਇਹ ਵੀ ਗਲਤ ਨੇ। ਇਹ ਗਦਾਰ ਆ ਜੀ, ਇਹ ਏਜੰਟ ਆ ਜੀ, ਇਹਦੀ ਉਹਦੇ ਨਾਲ ਫੋਟੋ ਆ, ਇਹ ਗੱਲਾਂ ਨਹੀਂ ਹੁੰਦੀਆਂ। ਅਸਲ ਗੱਲ ਹੁੰਦੀ ਆ ਉਹਦੀ ਆਪਣੀ ਸੋਚ ਕੀ ਆ, ਵਿਚਾਰ ਕੀ ਆ, ਸਿਆਸਤ ਕੀ ਆ, ਉਹ ਤੋਂ ਤੈਅ ਹੁੰਦਾ ਸਾਰੀ ਗੱਲ। ਇਹ ਤਾਂ ਸਗਾ ਤੇ ਵੀ ਉਹ ਗਦਾਰ ਆ ਜੀ, ਉਹ ਵਿਕ ਗਿਆ ਜੀ, ਉਹ ਉਹਦਾ ਏਜੰਟ ਆ ਜੀ। ਇਹ ਤਾਂ ਜਿਹੜੇ ਉਹਦੇ ਵਿਚਾਰ ਹੁੰਦੇ ਨੇ, ਉਹਨਾਂ ਤੇ ਜਿਹੜਾ ਸੰਵਾਦ ਹੋਣਾ ਹੁੰਦਾ, ਲੋਕਾਂ ਨੂੰ ਉਹਦੇ ਬਾਰੇ ਸੁਚੇਤ ਕਰਨਾ ਹੁੰਦਾ, ਉਹ ਤਾਂ ਪਾਸਾ ਵੱਟ ਜਾਂਦੇ ਨੇ। ਲੋਕ ਬੰਦੇ ਦੇ ਬੰਦੇ ਬਣ ਜਾਂਦੇ ਨੇ ਜਾਂ ਬੰਦੇ ਦੇ ਵਿਰੋਧੀ ਬਣ ਜਾਂਦੇ ਨੇ।
ਸੋ ਇਸ ਕਰਕੇ ਇਹ ਪ੍ਰਵਚਨ ਇਹ ਗਲਤ ਆ। ਮੈਂ ਇਸ ਗੱਲ ਨਾਲ ਨਹੀਂ ਸਹਿਮਤ। ਮੈਂ ਅੱਜ ਤੱਕ ਨਹੀਂ ਕਿਹਾ ਵੀ ਇਹ ਆਰਐਸਐਸ ਦਾ ਏਜੰਟ ਆ, ਜਾਂ ਮੈਂ ਇਹ ਕਿਹਾ ਹੋਵੇ ਪੰਨੂ ਭਦੇਰੂ ਵੀ ਵਿਕ ਗਏ, ਜਾਂ ਮੈਂ ਇਹ ਕਿਹਾ ਹੋਵੇ ਲੱਖਾ ਗਦਾਰ ਆ। ਨਹੀਂ, ਮੈਂ ਕਿਹਾ ਉਹਨਾਂ ਦੀ ਸੋਚ ਤੇ ਪਹੁੰਚ ਗਲਤ ਆ। ਅੰਦੋਲਨ ਬਾਰੇ ਜੋ ਕਰ ਰਹੇ ਨੇ ਉਹ ਗੱਲ ਗਲਤ ਕਰ ਰਹੇ ਨੇ। ਤੇ ਇਹ ਗੱਲ ਨੂੰ ਇਹ ਪੇਸ਼ ਕਰਨਾ ਵੀ ਜੇ ਗ੍ਰਿਫਤਾਰ ਨਾ ਹੁੰਦਾ, ਮੰਨ ਲਓ ਜੀ, ਕੀ ਫਿਰ ਬਿੱਲ ਰੱਦ ਹੋ ਜਾਂਦੇ? ਤੁਸੀਂ ਸਵਾਲ ਗਲਤ ਪੋਜ ਕਰਦੇ ਹੋ। ਇਹਦੇ ਗ੍ਰਿਫਤਾਰ ਹੋਣ ਨਾਲ ਨਾ ਹੋਣ ਨਾਲ ਬਿੱਲਾਂ ਦਾ ਕੋਈ ਬਾਹਲਾ ਸੰਬੰਧ ਨਹੀਂ। ਦੂਜੀ ਗੱਲ ਇਹ ਆ, ਜਿਹੜੇ ਅੰਦੋਲਨਾਂ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕੇਸ ਦਰਜ ਹੁੰਦੇ ਨੇ, ਕੇਸ ਦਰਜ ਹੁੰਦੇ ਹੋਏ ਵੀ ਗੱਲਾਂ ਬਾਤਾਂ ਵੀ ਹੁੰਦੀਆਂ ਨੇ। ਉਹਨਾਂ ਦੇ ਕੇਸ ਦਰਜ ਹੋਏ ਸੀ ਇੱਕ ਹੋਰ ਪ੍ਰਸੰਗ 'ਚ ਕਿ ਜੋ ਦਿੱਲੀ ਸਰਕਾਰ ਨਾਲ ਉਹਨਾਂ ਨੇ ਇੱਕ ਸਮਝੌਤਾ ਕੀਤਾ ਸੀ, ਸਾਡਾ ਰੂਟ ਆਏ ਹੋ ਉਹਦੀ ਤੁਸੀਂ ਉਲੰਘਣਾ ਕੀਤੀ ਆ, ਉਹਦਾ ਆ ਸਿੱਟਾ। ਜਿਹੜੀ ਲਾਲ ਕਿਲੇ ਦੀ ਘਟਨਾ ਉਹਦਾ ਬਾਅਦ ਦੇ ਵਿੱਚ ਕੇਸ ਦਰਜ ਹੋਏ ਨੇ, ਉਹਨਾਂ ਦਾ ਮੀਨਿੰਗ ਹੋਰ ਆ। ਸੋ ਇਹ ਨਾਲ ਦੀ ਨਾਲ ਚੱਲਦੇ ਰਹਿੰਦੇ ਆ। ਹੁਣ ਤੁਸੀਂ ਹੈਰਾਨੀਜਨਕ ਗੱਲ ਮੈਂ ਤੁਹਾਨੂੰ ਦੱਸਦਾ, ਜੇ ਕੇਸ ਫੈਸਲਾ ਕੁਨ ਹੁਣ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਖਿਲਾਫ ਇੱਕ ਵੀ ਕੇਸ ਦਰਜ ਨਹੀਂ ਸੀ ਉਸ ਵੇਲੇ ਤੱਕ, ਪਰ ਉਹਨਾਂ ਨੂੰ ਦੇਖੋ ਜਿਸਮਾਨੀ ਤੌਰ ਤੇ ਖਤਮ ਕਰਨ ਤੋਂ ਨਹੀਂ ਉਹ ਪਿੱਛੇ ਹਟੇ। ਸੋ ਇਸ ਕਰਕੇ ਇਹ ਜਿਹੜਾ ਅੰਦੋਲਨ ਆ ਇਹਨੇ ਇਸ ਗਤੀ ਦੇ ਨਾਲ ਹੀ ਚੱਲਣਾ। ਬਿੱਲ ਰੱਦ ਹੋਣ ਦਾ ਸਬੰਧ ਕੀ ਆ? ਜਿੰਨੀ ਲੋਕਾਂ ਦੀ ਵੱਧ ਲਾਮਬੰਦੀ ਹੋ। ਅੱਜ ਮੈਂ ਇੱਕ ਬਹੁਤ ਬੜੇ ਸਿਆਣੇ ਬੰਦੇ ਸੀ, ਉਹ ਕਹਿੰਦੇ ਸੀ ਬਹੁਤ ਚੰਗਾ ਹੋਇਆ, ਜਿਵੇਂ ਲੱਖਾ ਸਿਧਾਣਾ ਕਹਿ ਰਿਹਾ ਨਾ ਜੀ, ਇਹ ਅੰਦੋਲਨ ਦੀ ਅਗਵਾਈ ਕਿਸੇ ਹੋਰ ਦੇ ਹੱਥ ਜਾਊ। ਇਹਨੂੰ ਪੰਜਾਬ ਦਾ ਅੰਦੋਲਨ ਸਿੱਖਾਂ ਦਾ ਅੰਦੋਲਨ ਬਣਾ ਕੇ ਰੱਖਣਾ ਚਾਹੁੰਦੇ ਸੀ। ਉਹਦੇ ਵਿੱਚੋਂ ਫਿਰ ਆਪਣੀ ਹੋਂਦ ਦੀ ਲੜਾਈ, ਖਾਲਿਸਤਾਨ ਦੀ ਲੜਾਈ ਉਹ ਕੱਢਣਾ ਚਾਹੁੰਦੇ ਸੀ। ਇਹ ਹੈ ਨਹੀਂ ਸੀ ਅਸਲ 'ਚ ਉਹ। ਉਹਨਾਂ ਨੇ ਕਿਹਾ, ਕੇਸੀ ਸਿੰਘ ਨੇ ਵੱਡੇ ਅਹੁਦਿਆਂ ਤੇ ਰਹੇ ਨੇ, ਇਹ ਅੰਦੋਲਨ ਆ ਇਹਦੇ ਵਿੱਚ ਯੂਪੀ ਵਾਲੇ ਸ਼ਾਮਲ ਹੋ ਗਏ, ਟਕੈਤ ਦੀ ਲੀਡਰਸ਼ਿਪ ਉੱਭਰ ਆਈ, ਇਹਦੇ ਨਾਲ ਫਾਇਦਾ ਹੋਇਆ। ਹੁਣ ਮੋਦੀ ਸਰਕਾਰ ਦਾ ਜਿਹੜਾ ਉਹ ਲੰਘਾ ਵੀ ਸਿੱਖਾਂ ਦਾ ਅੰਦੋਲਨ ਆ, ਖਾਲਿਸਤਾਨੀਆਂ ਦਾ ਅੰਦੋਲਨ ਆ, ਫਲਾਂ, ਉਹ ਪ੍ਰਚਾਰ ਕਰਨ ਦਾ ਰਾਹ ਬੰਦ ਹੋ ਗਿਆ। ਜੇ ਹਰਿਆਣੇ ਤੋਂ ਵੀ ਲੀਡਰਸ਼ਿਪ ਉੱਭਰ ਆਈ, ਆਲੇ ਦੁਆਲੇ ਦੀ ਲੀਡਰਸ਼ਿਪ ਵੀ ਇਹਦੇ ਵਿੱਚ ਆ ਰਹੀ ਆ। ਕੱਲਾ ਪਹਿਲਾਂ ਪੰਜਾਬੀਆਂ ਦਾ ਮੋਹਰਾ ਸੀ, ਹਾਲਾਂਕਿ ਉਹ ਸਾਰੇ ਪੰਜਾਬੀ ਅੱਜ ਵੀ ਉੱਥੇ ਨੇ। ਟਕੈਤ ਨੇ ਵੀ ਇਹੀ ਕਿਹਾ, ਨਾ ਮੰਚ ਬਦਲਾਂਗੇ ਤੇ ਨਾ ਅਸੀਂ ਪੰਚ ਬਦਲਾਂਗੇ, ਨਾ ਅਸੀਂ ਹੈੱਡਕੁਆਟਰ ਬਦਲਾਂਗੇ, ਉਹੀ ਟੀਮ ਰਹੂ ਜਿਹੜੀ ਸਾਡੀ ਅੰਦੋਲਨ ਦੀ ਅਗਵਾਈ ਕਰੂਗੀ। ਸੋ ਇਸ ਕਰਕੇ ਇਹਦਾ ਨਿਪਟਾਰਾ ਤਾਂ ਇਸ ਗੱਲ ਨਾਲ ਜੁੜਿਆ ਹੋਇਆ ਵੀ ਵੱਧ ਤੋਂ ਵੱਧ ਲੋਕਾਂ ਦੀ ਲਾਮਬੰਦੀ ਕਿੰਨੀ ਹੁੰਦੀ ਆ। ਇਹ ਜਿਹੜੇ ਲੋਕ ਨੇ ਨਾ ਜੀ, ਇਹਨਾਂ ਨੂੰ ਇਹ ਹੁਣ ਲੋਕ ਉੱਥੇ ਬੈਠੇ ਨੇ, ਇਹ ਇਹਨੂੰ ਸੰਘਰਸ਼ ਦਾ ਰੂਪ ਨਹੀਂ ਮੰਨਦੇ। ਸਾਰੀ ਦੁਨੀਆ ਕਹਿੰਦੀ ਆ ਇੰਨੇ ਦਿਨ 72 ਦਿਨ ਲੱਖਾਂ ਲੋਕਾਂ ਦਾ ਅਮਨ ਤੇ ਸ਼ਾਂਤ ਪੂਰਵਕ ਬੈਠੇ ਰਹਿਣਾ ਆਪਣੇ ਆਪ ਚ ਕਿ ਇਤਿਹਾਸਕ ਐਕਸ਼ਨ ਆ। ਇਹ ਪਤਾ ਕੀ ਕਹਿੰਦੇ ਨੇ, ਦੀਪ ਸਿੱਧੂ ਕੀ ਕਹਿੰਦਾ ਸੀ ਜਾਂ ਕੁਝ ਹੋਰ ਲੋਕ ਕਹਿੰਦੇ ਨੇ, ਲੋਕ ਕਹਿੰਦੇ ਨੇ ਜੀ ਅਸੀਂ ਤਾਂ ਬੈਠੇ ਹਾਂ, ਕੋਈ ਐਕਸ਼ਨ ਦਿਓ। ਜਿਵੇਂ ਜੋ ਹੋ ਰਿਹਾ ਹੁੰਦਾ ਐਕਸ਼ਨ ਨਹੀਂ ਹੁੰਦਾ। ਦੂਜੀ ਗੱਲ, ਜਦੋਂ ਤੁਸੀਂ ਲੋਕ ਆਉਂਦੇ ਨੇ ਜਾਂਦੇ ਨੇ, ਹੁਣ ਤੁਸੀਂ ਲੋਕਾਂ ਨੂੰ ਲਾਮਬੰਦ ਕਰਨ ਲਈ ਮਹਾਪੰਚਾਇਤਾਂ ਹੋਣ ਲੱਗੀਆਂ, ਜਗਰਾਉਂ ਹੋ ਰਹੀ ਆ। ਅੰਦੋਲਨ ਜਿਹੜਾ ਉੱਥੇ ਆ ਉਹਨੂੰ ਲਗਾਤਾਰ ਬਲ ਬਖਸ਼ਣ ਲਈ ਗਾਹਾਂ ਇਹਨਾਂ ਦੀ ਸਕੀਮਾਂ ਦੂਜੇ ਰਾਜਾਂ 'ਚ ਵੀ ਜਾਵਾਂਗੇ। ਸੋ ਜਿਹੜਾ ਇਹ ਕਹਿੰਦੇ ਨੇ ਹੁਣ ਜਗਰਾਉਂ ਆ ਗਏ ਜੀ ਦਿੱਲੀ ਤੋਂ, ਜਿਹੜੀ ਇਹ ਲੋਕਾਂ ਦੀ ਸ਼ਕਤੀ ਆ ਉਹਨੂੰ ਉਭਾਰਨ ਦੇ ਸਾਰੇ ਪੈਂਤੜੇ ਨੇ। ਮੈਂ ਤੁਹਾਨੂੰ ਇਹੀ ਕਿਹਾ, ਇਹਨਾਂ ਲੋਕਾਂ ਨੂੰ ਅੰਦੋਲਨ ਦੇ ਬਾਰੇ ਪਤਾ, ਉਹਦੇ ਹਾਂ ਪੱਖੀ ਪੁਆਇੰਟਾਂ ਦਾ ਨਹੀਂ ਪਤਾ, ਐਕਸ਼ਨ ਕੀ ਹੁੰਦਾ ਉਹਦਾ ਵੀ ਪਤਾ ਵਾ। ਜੇ ਤੁਸੀਂ ਇਹ ਤਾਂ ਇਹ ਕਹਿੰਦੇ ਨੇ ਜਲਦੀ ਟੱਕਰ ਮਾਰੋ ਪਾਰਲੀਮੈਂਟ 'ਚ, ਫਿਰ ਮਸਲਾ ਹੱਲ ਹੋ ਜੂ। ਇਹ ਥੋੜਾ ਮਸਲਾ ਹੁਣ ਜਿੰਨਾ ਲੋਕਾਂ ਦਾ ਦਬਾਅ ਲਾਮਬੰਦ ਹੋਊ, ਜਿੰਨਾ ਅਮਨ ਤੇ ਸ਼ਾਂਤੀਪੂਰਵਕ ਰਹੂ, ਜਿਵੇਂ ਦੁਨੀਆ ਦੇ ਵਿੱਚ ਆਵਾਜ਼ ਉੱਠ ਰਹੀ ਆ ਦੇਸ਼ ਹੁਣ ਉਹ ਸਰਕਾਰ ਵੀ ਇਹੀ ਕਹਿੰਦੀ ਹੈ ਨਾ ਪੰਜਾਬ ਦਾ ਜੀ, ਉਹਦਾ ਵੀ ਰੱਦ ਹੋ ਰਿਹਾ ਗੱਲ। ਉਹਨੂੰ ਰੱਦ ਕਰਨ ਖਾਤਰ ਤੁਹਾਨੂੰ ਦੂਜੇ ਲੋਕਾਂ ਨੂੰ ਵੀ ਨਾਲ ਲੈਣਾ ਪਊ, ਲਾਮਬੰਦ ਕਰਨਾ ਪਊ। ਖਾਪ ਪੰਚਾਇਤਾਂ ਜਗਰਾਉਂ ਵਾਲੇ ਇਸੀ ਰੋਸ਼ਨੀ 'ਚ ਹੋ ਰਹੀਆਂ ਨੇ, ਇਸ ਸੰਘਰਸ਼ ਨੂੰ ਬਲ ਬਖਸ਼ਣਗੀਆਂ। ਇਹ ਕਹਿੰਦੇ ਸੀ ਜੀ 26 ਤਰੀਕ ਨੂੰ ਇਕੱਠਾ ਕੀਤੇ ਅੰਦੋਲਨ ਵਾਲੇ, ਕਹਿੰਦੇ ਨੇ ਰਾਜੇਵਾਲ ਸਾਹਿਬ ਕਹਿੰਦੇ ਰਹੇ ਨੇ, ਉਹ ਭਾਈ ਸਾਹਿਬ 26 ਨੂੰ ਫਾਈਨਲ ਨਹੀਂ ਹੋਣਾ, ਇਹ ਲੰਬਾ ਚੱਲਣਾ ਹਲੇ। ਇਹਨਾਂ ਨੂੰ ਟਿਕਾਉਣ ਖਾਤਰ ਉਹਨਾਂ ਨੇ ਕਿਹਾ ਸੀ ਪੈਦਲ ਮਾਰਚ ਕਰਾਂਗੇ ਪਾਰਲੀਮੈਂਟ ਵੱਲ ਨੂੰ। ਇਹ ਕਹਿੰਦੇ ਜੀ ਪਾਰਲੀਮੈਂਟ ਘੇਰਨੀ ਸੀ। ਉਹਦਾ ਟਕੈਤ ਨੇ ਜਵਾਬ ਦਿੱਤਾ, ਜਿਹੜਾ ਕਹਿੰਦੇ ਫਲਾਨਾ ਆਗੂ ਐ ਕਹਿੰਦਾ ਜੀ ਫਲਾਨਾ, ਉਹ ਕਹਿੰਦੇ ਅਸੀਂ ਇਹੀ ਕਹਿੰਦੇ ਹੁੰਦੇ ਆ ਲਾਲ ਕਿਲੇ ਨੂੰ ਜਾ ਕੇ ਘੇਰਾਂਗੇ, ਕਦੇ ਘੇਰਿਆ। ਅਸੀਂ ਇਹੀ ਕਹਿੰਦੇ ਹੁੰਦੇ ਆ ਜਦੋਂ ਜਾਂਦੇ ਹੁੰਦੇ ਆ ਪਾਰਲੀਮੈਂਟ 'ਚ ਜਾ ਕੇ ਬੈਠਾਂਗੇ, ਕਦੇ ਬੈਠੇ ਆ। ਅੰਦੋਲਨ ਦੇ ਵਿੱਚ ਲੋਕਾਂ ਨੂੰ ਉਭਾਰਨ ਲਈ ਗੱਲ ਕਰਨੀ ਇੱਕ ਹੋਰ ਹੁੰਦੀ ਆ, ਜਦੋਂ ਅੰਦੋਲਨ ਫੈਸਲਾ ਲੈਂਦਾ ਉਦੋਂ ਗੱਲ ਹੋਰ ਹੁੰਦੀ ਹੈ। ਹੁਣ ਫੈਸਲਾ ਤੇ ਇਹ ਸੀ ਦਿੱਲੀ 'ਚ ਦਾਖਲ ਹੋ ਕੇ ਅਸੀਂ ਪਰੇਡ ਕਰਨੀ ਆ, ਸਰਕਾਰੀ ਪਰੇਡ 'ਚ ਕੋਈ ਦਖਲ ਨਹੀਂ ਦੇਣਾ, ਰਿੰਗ ਰੋਡ ਤੇ ਕਰਨੀ ਆ। ਰਿੰਗ ਰੋਡ ਤੇ ਟਕਰਾਅ ਹੁੰਦਾ ਸੀ, ਉਹਦੇ ਟਾਲਣ ਲਈ ਉਹਨਾਂ ਨੇ ਦਿੱਲੀ ਦੇ ਅੰਦਰ 3 ਰੂਟ ਲੈ ਲਏ 100-100 ਕਿਲੋਮੀਟਰ ਦੇ। ਉਹ ਸਪਿੰਡ ਤਾਂ ਉਹੀ ਰਹੀ, ਇਹ ਉੱਥੇ ਖੜੇ ਨੇ। ਵਾਹ ਜੀ ਅਸੀਂ ਤਾਂ ਰਿੰਗ ਰੋਡ ਤੇ ਖੜਾਂਗੇ। ਜੇ ਇਸ ਹਿਸਾਬ ਨਾਲ ਕਹਿਣਾ ਹੋਵੇ, ਸਾਡਾ ਇਤਿਹਾਸ ਦੱਸਦਾ ਅਨੰਦਪੁਰ ਦਾ ਕਿਲਾ ਛੱਡਿਆ ਨਹੀਂ ਜੀ, ਚਮਕੌਰ ਦੀ ਗੜੀ ਛੱਡੀ ਨਹੀਂ ਜੀ,
ਤੇ ਮਾਛੀਵਾੜੇ ਤੋਂ ਗੁਰੂ ਸਾਹਿਬ ਕਿਵੇਂ ਨਿਕਲੇ ਸੀ। ਬਿਲਕੁਲ। ਸੋ ਇਤਿਹਾਸ ਤੋਂ ਪ੍ਰੇਰਨਾ ਲੈਣ ਦੀ ਲੋੜ ਆ। ਇਹ ਜਿਹੜਾ ਪ੍ਰਵਚਨ ਆ ਨਾ ਜੀ, ਜੋ ਕਹਿੰਦਾ ਕਰਾਂਗੇ ਜੀ, ਠੋਕ ਦਿਆਂਗੇ, ਇਹ ਕਿਰਪਾ ਕਰਨੇ ਮੁੜ ਕੇ ਸਿੱਖਣ, ਇਹ ਅੰਦੋਲਨ ਨੂੰ ਅਮਨ ਤੇ ਸ਼ਾਂਤੀਪੂਰਵਕ ਰੱਖਣ। ਦੁਨੀਆ ਦਾ ਘੋਲ ਬਣ ਰਿਹਾ, ਇਹ ਦੇਸ਼ ਦੇ ਲੋਕਾਂ ਦਾ ਘੋਲ ਬਣ, ਇਹਦੇ ਵਿੱਚ ਕੋਈ ਵਿਘਨ ਨਾ ਪਾਉਣ। ਆਪਣੇ ਆਪ ਚ ਲੋਕਾਂ ਦਾ ਬੈਠੇ ਰਹਿਣਾ ਹੀ ਬਹੁਤ ਵੱਡਾ ਐਕਸ਼ਨ ਆ। 50 ਬੰਦਿਆਂ ਦਾ ਜਾ ਕੇ ਕਿਤੇ ਟੱਕਰ ਮਾਰਨਾ, ਉਹ ਐਕਸ਼ਨ ਦੀ ਕੋਈ ਕੀਮਤ ਨਹੀਂ ਹੁੰਦੀ। ਇਹ ਗੱਲ ਨੂੰ ਸਮਝਣ ਦੀ ਲੋੜ ਆ ਜੀ। ਸ਼ੁਕਰੀਆ, ਧੰਨਵਾਦ ਮਾਲੀ ਸਾਹਿਬ, ਬਹੁਤ ਬਹੁਤ ਸਾਨੂੰ ਸਮਾਂ ਦੇਣ ਦੇ ਲਈ ਜੀ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ। ਅੰਦੋਲਨ ਦੌਰਾਨ ਜਦੋਂ ਕੋਈ ਵੱਡੇ ਅੰਦੋਲਨ ਹੁੰਦੇ ਨੇ ਤਾਂ ਨਿੱਕੀਆਂ ਮੋਟੀਆਂ ਜਿਹੜੀਆਂ ਗਲਤੀਆਂ, ਕੋਈ ਵੱਡੀਆਂ ਛੋਟੀਆਂ, ਉਹ ਹੁੰਦੀਆਂ ਰਹਿੰਦੀਆਂ ਨੇ। ਚਾਹੀਦਾ ਤਾਂ ਇਹ ਹੈ ਕਿ ਇਹਨਾਂ ਤੋਂ ਸਬਕ ਲੈ ਕੇ ਅੱਗੇ ਚੱਲਣ ਦੀ ਲੋੜ ਹੈ। ਨਿਸ਼ਾਨਾ ਇੱਕੋ ਹੀ ਹੈ ਕਿ ਖੇਤੀ ਕਾਨੂੰਨ ਰੱਦ ਹੋਣ। ਇਸ ਤੋਂ ਬਿਨਾਂ ਕਿਸਾਨਾਂ ਨੂੰ ਹੋਰ ਕੋਈ ਗੱਲ ਮਨਜ਼ੂਰ ਨਹੀਂ ਹੈ। ਸਰਕਾਰ ਇਸ ਉੱਤੇ ਵਿਚਾਰ ਕਰੇ। ਇਸ ਬਾਰੇ ਹਰ ਕੋਈ ਇਹ ਗੱਲ ਕਹਿੰਦਾ ਹੈ ਕਿ ਸਰਕਾਰ ਨੂੰ ਕਿਸਾਨਾਂ ਦੀ ਇਸ ਮੁਸ਼ਕਲ ਦੌਰ ਦੇ ਵਿੱਚ ਬਾਂਹ ਫੜਨੀ ਚਾਹੀਦੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।